ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਤਿੰਨਾਂ ਦੇ ਪਾਵਨ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਮਹਾਰਾਜ ਦੇ ਅਸਥਾਨਾਂ ਦੀ ਯਾਤਰਾ ਕਰਕੇ ਸਤਿਗੁਰਾਂ ਦੇ ਅਸਥਾਨਾਂ 'ਤੇ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਾਹਿਬਾਂ ਦੇ ਪਾਵਨ ਸਜੇ ਹੋਏ ਦੀਵਾਨਾਂ 'ਚ ਆਪਾਂ ਨੂੰ ਹਰਜਾ ਸਰਵਣ ਕਰਨ ਦਾ ਸਮਾਂ ਮਿਲਿਆ ਹੈ। ਆਓ ਇਸ ਸਮੇਂ ਨੂੰ ਅਜਾਈ ਨਾ ਗਵਾਈਏ, ਲੇਖੇ ਵਿੱਚ ਲਾਈਏ। ਚੱਲ ਰਹੇ ਲੜੀਵਾਰ ਗੁਰਬਾਣੀ ਦੇ ਸ਼ਬਦ ਉਪਦੇਸ਼ ਜੋ ਸਾਹਿਬ ਜੀ ਸਾਨੂੰ ਬਖਸ਼ ਰਹੇ ਨੇ, ਸਰਵਣ ਕਰਨ ਹਿਤ ਰਸਨਾ ਕਰੋ ਪਵਿੱਤਰ ਝੁਕਾਓ ਸੀਸ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਓਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਅੰਗ 35 ਹੈ। 35 ਅੰਗ ਦੇ ਉੱਤੇ ਸਾਧ ਸੰਗਤ ਜੀ ਇਹ 56ਵਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਾਰੰਭ ਹੋ ਰਿਹਾ ਹੈ। ਸ੍ਰੀ ਰਾਗ ਪਹਿਲਾ ਰਾਗ ਹੈ ਰਾਗਾਂ ਦੇ ਵਿੱਚੋਂ। ਮਹੱਲਾ ਤੀਜਾ। ਤੀਜੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਡੇ ਭਲੇ ਦੇ ਲਈ ਕਲਿਆਣਕਾਰੀ ਉਪਦੇਸ਼ ਬਖਸ਼ਦੇ ਹਨ। ਮਹੱਲੇ ਤੀਜੇ ਦਾ ਭਾਵ ਅਰਥ ਹੈ ਵੀ ਧੁਰੋਂ ਆਈ ਗੁਰੂ ਨਾਨਕ ਸਾਹਿਬ ਜੀ ਜੋ ਬਾਣੀ ਲੈ ਕੇ ਆਏ ਧੁਰੋਂ, ਉਹ ਧੁਰੋਂ ਆਈ ਬਾਣੀ ਤੀਸਰੇ ਸਰੂਪ ਦੇ ਵਿੱਚ ਜੋ ਪ੍ਰਗਟ ਹੋਈ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਰਾਹੀਂ ਜੋ ਬਾਣੀ ਪ੍ਰਗਟ ਹੋਈ ਹੈ, ਉਹ ਮਹੱਲਾ ਤੀਜਾ ਹੇਠ ਦਰਜ ਕੀਤੀ ਹੈ ਸਤਿਗੁਰਾਂ ਨੇ। ਗੋਂਦਵਾਲ ਸਾਹਿਬ ਦੀ ਧਰਤੀ 'ਤੇ ਦੀਵਾਨ ਸਜਿਆ ਹੈ, ਸੰਗਤਾਂ ਬੈਠੀਆਂ ਨੇ, ਦਰਸ਼ਨ ਕਰ ਰਹੀਆਂ ਨੇ, ਮਹਾਰਾਜ ਉਪਦੇਸ਼ ਦੇ ਰਹੇ ਨੇ ਵੀ ਪਾਤਸ਼ਾਹ ਜੀਓ ਪਰਮੇਸ਼ਰ ਦਾ ਭੈ, ਰੱਬ ਦਾ ਅਦਬ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਤਾਂ ਸਾਹਿਬ ਕਹਿੰਦੇ ਆਪਣਾ ਭਉ ਤਿਨ ਪਾਇਓਨ। ਊੜੇ ਦਾ ਮੂੰਹ ਖੁੱਲ੍ਹਾ ਹੈ ਤੇ ਪਾਠ ਕਰਨ ਲੱਗਿਆਂ ਵੀ ਇਹ ਧਿਆਨ ਰੱਖਣਾ। ਪਾਇਓਨ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਪਰਮੇਸ਼ਰ ਨੇ ਆਪਣਾ ਜੋ ਭਉ ਹੈ ਨਾ, ਭਉ ਕੀ ਹੈ? ਭੈ, ਡਰ। ਵਾਹਿਗੁਰੂ ਨੇ ਆਪਣਾ ਡਰ ਉਹਨਾਂ ਜੀਵਾਂ ਨੂੰ ਆਪ ਹੀ ਪਾਉਣਾ ਕੀਤਾ ਹੈ, ਕਿਉਂਕਿ ਖੇਡ ਸਾਰੀ ਡਰ ਤੋਂ ਚੱਲਣੀ ਹੈ। ਜਿੰਨਾ ਚਿਰ ਰੱਬ ਦਾ ਡਰ ਨਾ ਹੋਊਗਾ, ਰੱਬ ਦਾ ਭਉ ਨਾ ਹੋਊਗਾ, ਉਹਨਾਂ ਚਿਰ ਸਾਧ ਸੰਗਤ ਜੀਵਨ ਦੀ ਖੇਡ ਜਿਹੜੀ ਆ ਉਹ ਸੁਧਰ ਹੀ ਨਹੀਂ ਸਕਦੀ। ਮਾਂ ਬਾਪ ਦਾ ਡਰ ਨਾ ਹੋਵੇ, ਬੱਚਾ ਸਕੂਲ ਹੀ ਨਹੀਂ ਜਾਊਗਾ। ਮਾਸਟਰ ਦਾ, ਅਧਿਆਪਕ ਦਾ, ਟੀਚਰ ਦਾ ਡਰ ਨਾ ਹੋਵੇ, ਉਹ ਪੜ੍ਹੂਗਾ ਹੀ ਨਹੀਂ, ਬੈਠ ਕੇ ਕਲਾਸ ਵਿੱਚ ਹੀ ਨਹੀਂ ਆਵੇਗਾ। ਇਸ ਤਰ੍ਹਾਂ ਡਰ ਹੀ ਹੈ ਨਾ ਮਾਈ ਬਾਪ ਦਾ, ਜਿਹਨੂੰ ਹੋਵੇ ਉਹੀ ਸਕੂਲ ਜਾਂਦਾ। ਡਰ ਹੀ ਜਿਹਨੂੰ ਹੋਵੇ ਆਪਣੇ ਮਾਸਟਰਾਂ ਅਧਿਆਪਕਾਂ ਦਾ, ਉਹੀ ਬੈਠ ਕੇ ਪੜ੍ਹਦਾ, ਨਹੀਂ ਤਾਂ ਬਹੁਤੇ ਤਾਂ ਇੱਧਰ ਉੱਧਰ ਹੀ ਫਿਰ ਅਵਾਰਾਗਰਦੀ ਵੀ ਕਰਦੇ ਆ ਨਾ। ਇਸੇ ਤਰ੍ਹਾਂ ਕਹਿਣ ਤੋਂ ਭਾਵ ਹੈ ਵੀ ਜਿਹੜਾ ਆਪਣੇ ਤੋਂ ਵੱਡਿਆਂ ਦਾ, ਜਿਨ੍ਹਾਂ ਕੋਲ ਅਸੀਂ ਕੁਝ ਸਿੱਖਣਾ, ਉਹਨਾਂ ਦਾ ਅਦਬ ਰੱਖਣ ਦੇ ਨਾਲ ਹੀ ਸਾਰਾ ਜੀਵਨ ਜਿਹੜਾ ਹੈ ਸੁਧਰਦਾ ਏ। ਅਤੇ ਸਭ ਤੋਂ ਵੱਡਾ ਤਾਂ ਫਿਰ ਸਾਡਾ ਮਾਲਕ ਵਾਹਿਗੁਰੂ ਹੈ। ਅਤੇ ਜੇ ਵਾਹਿਗੁਰੂ ਦਾ ਅਦਬ ਸਾਡੇ ਅੰਦਰ ਹੋਵੇਗਾ, ਰੱਬ ਦਾ ਡਰ ਹੋਵੇਗਾ ਵੀ ਮੈਂ ਆਹ ਕਰਮ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿਉਂਕਿ ਵਾਹਿਗੁਰੂ ਮੈਨੂੰ ਵੇਖ ਰਿਹਾ, ਮੈਂ ਕਿਸੇ ਬਾਰੇ ਮਾੜਾ ਨਹੀਂ ਸੋਚਣਾ, ਪਰਮੇਸ਼ਰ ਸਭ ਕੁਝ ਜਾਣਦਾ ਹੈ। ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਇੱਦਾਂ ਦੇ ਫਿਰ ਖਿਆਲ ਆਉਂਦੇ ਨੇ ਮਨ ਵਿੱਚ। ਮੈਂ ਕਿਸੇ ਦੇ ਤਾਈਂ ਬੁਰਾ ਨਹੀਂ ਕਹਿਣਾ। ਇਹ ਉਹੀ ਗੱਲ ਕਰ ਸਕਦੇ ਨੇ, ਉਹਨਾਂ ਦਾ ਹੀ ਫੁਰਨਾ ਹੋ ਸਕਦਾ ਜਿਨ੍ਹਾਂ ਦੇ ਅੰਦਰ ਰੱਬ ਨੇ
ਆਪਣਾ ਭਉ ਪਾ ਦਿੱਤਾ ਹੈ, ਆਪਣਾ ਡਰ ਰੱਖ ਦਿੱਤਾ ਹੈ, ਡਰ ਕਾਇਮ ਕਰ ਦਿੱਤਾ। ਆਪਣਾ ਭਉ ਤਿੰਨ ਪਾਏ ਓਨ, ਉਹਨਾਂ ਜੀਵਾਂ ਦੇ ਅੰਦਰ ਹੀ ਮਹਾਰਾਜ ਨੇ ਆਪਣਾ ਅਦਬ ਕਾਇਮ ਕੀਤਾ, ਡਰ ਰੱਖਿਆ ਏ। ਜਿਨ ਗੁਰ ਕਾ ਸ਼ਬਦ ਵਿਚਾਰ, ਕਿਹਨਾਂ ਦੇ ਅੰਦਰ ਡਰ ਪੈਦਾ ਕੀਤਾ ਹੈ? ਪਰਮੇਸ਼ਰ ਨੇ ਆਪਣਾ, ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਜਿਹੜੇ ਗੁਰਮੁਖ ਜਿਨ ਗੁਰ ਕਾ ਸ਼ਬਦ, ਗੁਰੂ ਦਾ ਸ਼ਬਦ ਪ੍ਰਾਪਤ ਕਰਕੇ ਸ਼ਬਦ ਦੀ ਕਮਾਈ ਕਰਦੇ ਨੇ, ਅਭਿਆਸ ਕਰਦੇ ਹਨ, ਸ਼ਬਦ ਦੁਆਰਾ ਨਾਮ ਜਪਦੇ ਨੇ, ਤੇ ਫਿਰ ਸ਼ਬਦ ਦੀ ਵਿਚਾਰ ਕੀਤੀ ਹੈ। ਸੋਚਦੇ ਰਹਿੰਦੇ ਆ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ, ਅਸੀਂ ਕੀ ਕਰ ਰਹੇ ਹਾਂ। ਜਗਤ ਗੁਰੂ ਨਾਨਕ ਦੇਵ ਸਾਹਿਬ ਭਾਈ ਮਰਦਾਨਾ ਜੀ ਜਾ ਰਹੇ ਸਨ, ਰਾਹ ਦੇ ਵਿੱਚ ਇੱਕ ਛੋਲੀਏ ਦਾ ਖੇਤ ਆਇਆ। ਕਹਿੰਦਾ ਮਹਾਰਾਜ ਭੁੱਖ ਬੜੀ ਲੱਗੀ ਹੈ, ਤੁਹਾਡੀ ਆਗਿਆ ਹੋਵੇ ਤੇ ਆ ਛੋਲੀਆ ਪੁੱਟ ਕੇ ਅੱਗ ਬਾਲ ਕੇ ਹੌਲਾ ਕਰ ਲਵਾਂ, ਕੁਝ ਮੈਂ ਖਾ ਲਵਾਂ, ਕੁਝ ਤੁਸੀਂ ਖਾ ਲਿਓ। ਜਗਤ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆਂ ਵਿਚਾਰ ਤਾਂ ਚੰਗੀ ਕੀਤੀ ਹੈ ਤੂੰ, ਪਰ ਇਹ ਦੱਸ ਵੀ ਇਹ ਖੇਤ ਕਿਹਦਾ? ਕਹਿੰਦਾ ਮਹਾਰਾਜ ਹੋ ਕਿਸੇ ਜ਼ਿਮੀਂਦਾਰ ਦਾ। ਸਤਿਗੁਰੂ ਸਾਹਿਬ ਕਹਿੰਦੇ ਵੀ ਇਹ ਖੇਤ ਦੇ ਵਿੱਚ ਇਹ ਫਸਲ ਕਿਹਨੇ ਬੀਜੀ ਹੈ? ਮਹਾਰਾਜ ਉਹ ਵੀ ਜਿਹਦਾ ਖੇਤ ਹੈ, ਫਸਲ ਵੀ ਤਾਂ ਉਹਨੇ ਬੀਜਣੀ ਹੈ। ਕਹਿੰਦੇ ਵੀ ਇਹਦੀ ਦੇਖਭਾਲ, ਇਹਨੂੰ ਪਾਣੀ ਦੇਣਾ, ਇਹਦੀ ਸੰਭਾਲ ਕਰਨੀ, ਇਹ ਕੌਣ? ਮਹਾਰਾਜ ਜੀ ਦਾ ਖੇਤ ਹੈ, ਉਹੀ ਸਭ ਕੁਝ ਕਰੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਖਾਣ ਨੂੰ ਫਿਰ ਤੂੰ ਹੀ ਸਿਆਣਾ, ਖੇਤ ਤੇਰਾ ਨਹੀਂ, ਬੀਜਿਆ ਤੂੰ ਨਹੀਂ, ਪਾਣੀ ਤੂੰ ਨਹੀਂ ਭਲਿਆ ਲਾਇਆ, ਤੇਰੀ ਇਹਦੇ ਵਿੱਚ ਮਿਹਨਤ ਕੋਈ ਨਹੀਂ ਹੈ, ਤੇ ਫਿਰ ਤੇਰਾ ਕਿਵੇਂ ਹੱਕ ਬਣਦਾ ਵੀ ਤੂੰ ਆਖੇ ਵੀ ਬਿਨਾਂ ਮੈਂ ਮਾਲਕ ਦੀ ਮਰਜ਼ੀ ਤੋਂ ਪੱਟ ਕੇ ਤੇ ਹੌਲਾ ਕਰ ਲਵਾਂ? ਤੈਨੂੰ ਆਪਣੇ ਗੁਰੂ ਦਾ ਬਚਨ ਨਹੀਂ ਚੇਤੇ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਕਹਿੰਦੇ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਤੋਲ ਹੈ, ਤੇ ਗੁਰੂ ਪੀਰ ਦਰਗਾਹ 'ਚ ਅਸੀਂ ਤੇਰੀ ਹਾਮੀ ਤਾਂ ਭਰਾਂਗੇ ਜੇ ਤੂੰ ਇਹ ਪਰਾਇਆ ਹੱਕ ਨਹੀਂ ਖਾਏਗਾ। ਇਹ ਮਨਾ ਕੀਤਾ ਬਈ ਜਿਹਦੀ ਵਸਤੂ ਹੈ ਉਹ ਬਿਨਾਂ ਉਹਦੇ ਪੁੱਛੇ ਤੋਂ ਵਰਤਣੀ, ਇਹ ਵੀ ਪਰਾਇਆ ਹੱਕ ਖਾਣ ਦੇ ਬਰਾਬਰ ਹੈ। ਸਾਧ ਸੰਗਤ ਜੀ, ਕਿੱਡਾ ਮਹਾਰਾਜ ਨੇ ਸਾਡਾ ਜੀਵਨ ਚੰਗਾ, ਆਚਰਣ ਚੰਗਾ ਬਣਾਇਆ। ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗੱਲ ਤਾਂ ਮੰਨਣ ਦੀ ਹੈ ਨਾ, ਵੀ ਲੜਾਈਆਂ ਝਗੜੇ ਵੀ ਇਹਨਾਂ ਚੀਜ਼ਾਂ 'ਚੋਂ ਹੁੰਦੇ ਨੇ ਨਾ, ਲੜ ਪੈਂਦੇ ਨੇ, ਤੂੰ ਮੇਰੇ ਖੇਤਾਂ 'ਚ ਪੈਰ ਕਿਵੇਂ ਪਾਇਆ, ਤੂੰ ਆਹ ਚੀਜ਼ ਕਿਉਂ ਵੱਢੀ, ਆਹ ਕਿਉਂ ਪੱਟੀ, ਉਹ ਤੋਂ ਝਗੜੇ ਵੱਧ ਜਾਂਦੇ ਆ। ਸਤਿਗੁਰੂ ਸਾਹਿਬ ਜੀ ਨੇ ਤਾਂ ਪਰਾਇਆ ਹੱਕ ਖਾਣ ਦੀ ਬਿਲਕੁਲ ਮਨਾਹੀ ਕਰ ਦਿੱਤੀ। ਸਾਡੇ ਲੋਕਾਂ ਨੂੰ ਆਦਤ ਹੁੰਦੀ ਨਾ, ਕਿਸੇ ਦੇ ਖੇਤ ਦੇ ਵਿੱਚੋਂ ਗੰਨਾ ਪੱਟ ਲਿਆ, ਕਿਤੇ ਉਹ ਸਾਗ ਲਾਏ, ਕਿਸੇ ਦੀਆਂ ਛੱਲੀਆਂ ਤੋੜ ਲਈਆਂ, ਕਿਸੇ ਦੀ ਕੋਈ ਸਬਜ਼ੀ ਲੈ ਆਏ। ਇੱਥੋਂ ਤੀਕਰ ਵੀ ਮਹਾਰਾਜ ਨੇ ਪਰਾਇਆ ਹੱਕ ਜਿਹੜਾ ਹੈ ਮੁਰਦੇ ਖਾਣ ਦੀ ਨਿਆਈ ਕਿਹਾ, ਵੀ ਕਿਸੇ ਦੀ ਬੀਜੀ ਕੋਈ ਫਸਲ ਵਾੜੀ ਵੀ ਉਹਦੇ ਦਿੱਤੇ ਤੋਂ ਬਗੈਰ, ਉਹਨੂੰ ਪੁੱਛੇ ਤੋਂ ਬਗੈਰ ਲੈ ਕੇ ਆਉਣੀ, ਇਹ ਪਰਾਇਆ ਹੱਕ ਮੁਰਦਾ ਖਾਣ ਦੇ ਤੁਲ ਹੈ। ਇਹ ਹੁਣ ਜਦੋਂ ਗੁਰੂ ਦੇ ਸ਼ਬਦ ਨੂੰ ਆਪਾਂ ਪੜ੍ਹਾਂਗੇ, ਗੁਰਬਾਣੀ ਦਾ ਸਹਿਜ ਪਾਠ ਕਰਾਂਗੇ ਜਾਂ ਸੁਣਾਂਗੇ, ਫਿਰ ਉਹਦੀ ਵਿਚਾਰ ਕਰਾਂਗੇ, ਇਹ ਗੱਲਾਂ ਤਾਂ ਹੀ ਸਾਡੇ ਮਨ 'ਚ ਵਸਣਗੀਆਂ ਨਾ, ਫੇਰ ਹੀ ਮਨ 'ਚ ਆਊਗਾ ਨਾ ਭਾਈ ਪਰਾਇਆ ਹੱਕ ਨਹੀਂ ਖਾਣਾ। ਇਹਦੇ ਨਾਲ ਜੀਵਨ ਖਰਾਬ ਹੋ ਜਾਂਦਾ ਹੈ। ਪਰਾਈ ਵਸਤੂ ਖਾਣ ਦੇ ਨਾਲ ਸੁਰਤੀ ਠਹਿਰਦੀ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਇੱਥੇ ਮਹਾਰਾਜ ਨੇ ਕਿਹਾ ਰੱਬ ਉਹਨਾਂ ਦੇ ਅੰਦਰ ਆਪਣਾ ਡਰ ਰੱਖ ਦਿੰਦਾ ਜਿਨ੍ਹਾਂ ਨੇ ਗੁਰ ਸ਼ਬਦ ਦੀ ਵਿਚਾਰ ਕੀਤੀ। ਉਹ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਸੁਣਦੇ, ਫਿਰ ਬਹਿ ਕੇ ਵਿਚਾਰ ਕਰਦੇ ਆ ਵੀ ਸਤਿਗੁਰਾਂ ਤੇ ਸਾਨੂੰ ਇਸ ਕੰਮ ਤੋਂ ਰੋਕਿਆ ਸੀ, ਫਿਰ ਅਸੀਂ ਕਾਹਤੋਂ ਕਰ ਰਹੇ ਹਾਂ। ਮਹਾਰਾਜ ਤਾਂ ਕਹਿੰਦੇ ਵੀ ਇਸ ਪਾਸੇ ਜਾਣਾ ਹੀ ਨਹੀਂ, ਫਿਰ ਅਸੀਂ ਕਿਉਂ ਜਾ ਰਹੇ ਹਾਂ। ਜਿਹੜੇ ਇੱਦਾਂ ਵਿਚਾਰ ਕਰਦੇ ਨੇ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਅਦਬ, ਵਾਹਿਗੁਰੂ ਦਾ ਡਰ ਪੈਦਾ ਹੁੰਦਾ ਏ। ਸਤ ਸੰਗਤੀ ਸਦਾ ਮਿਲ ਰਹੇ, ਉਹ ਗੁਰਮੁਖ ਕੀ ਕਰਦੇ ਵੀ ਸਤ ਸੰਗਤੀ, ਸਤ ਸੰਗਤ ਦੇ ਨਾਲ ਹੀ ਸਦਾ ਮਿਲੇ ਰਹਿੰਦੇ ਹਨ। ਹੋਰ ਕੋਈ ਮੇਲਾ ਗੇਲਾ ਕਰਦੇ ਹੀ ਨਹੀਂ। ਉਹ ਹੋਰ ਦੁਨੀਆ ਵਾਲੇ ਮੇਲੇ ਵੇਖਦੇ ਨਹੀਂ, ਸਦਾ ਸਤ ਸੰਗਤ ਨਾਲ ਹੀ ਮੇਲਾ ਰੱਖਦੇ ਆਪਣਾ। ਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੰਗਤ, ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲੀ ਜੋ ਇਕੱਤਰਤਾ ਹੈ,
ਜਿਸ ਵਿੱਚ ਹਰੀ ਵਾਹਿਗੁਰੂ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਉਸ ਸਤ ਸੰਗਤ ਦੇ ਨਾਲ ਹੀ ਸਦਾ ਗੁਰਮੁਖ ਮਿਲੇ ਰਹਿੰਦੇ ਹਨ। ਮਿਲੇ ਰਹਿਣ ਤੋਂ ਭਾਵ ਇਹੀ ਹੈ ਵੀ ਭਲਿਆਂ ਪੁਰਖਾਂ ਦੇ ਮਿਲਾਪ ਰੱਖਦੇ ਨੇ, ਬਾਣੀ ਦੀ ਗੱਲ ਕਹਿੰਦੇ ਸੁਣਦੇ ਨੇ, ਕਿਰਤ ਵਿਹਾਰ ਕਰਦੇ ਆ, ਸਭ ਪਰਮੇਸ਼ਰ ਨੂੰ ਤੇ ਗੁਰਾਂ ਨੂੰ ਮੁੱਖ ਰੱਖਦੇ ਹਨ। ਸੱਚੇ ਕੇ ਗੁਣ ਸਾਰੇ ਤੇ ਸਤ ਸੰਗਤ ਨਾਲ ਮਿਲ ਕੇ ਕੀ ਕਰਦੇ ਹਨ, ਇੱਥੇ ਕਿਸੇ ਦੇ ਆ ਕੇ, ਜਿਵੇਂ ਅਸੀਂ ਵੀ ਆਉਂਦੇ ਹੀ ਹੈ, ਪਰ ਬੜੇ ਇਹੋ ਜਿਹੇ ਵੇਖਣ 'ਚ ਆਉਂਦਾ ਵੀ ਗੁਰਦੁਆਰੇ ਉਹ ਮਿਲਣ ਦਾ ਢੰਗ ਜਿਹਾ ਹੁੰਦਾ ਵੀ ਮਿਲ ਕੇ ਵੀ ਫਲਾਣੇ ਦੀ ਇੱਥੇ ਹੁਣ ਨਿੰਦਾ ਕਰ ਲਓ। ਕਈ ਲੋਕ ਗੁਰੂ ਘਰ 'ਚ ਆ ਕੇ ਬਹਿ ਕੇ ਉਹ ਨਿੰਦਾ ਕਰੀ ਜਾਣਗੇ। ਗੁਰੂ ਘਰ ਦੇ ਵਿੱਚ ਆ ਕੇ ਇੱਕ ਦੂਸਰੇ ਨਾਲ ਈਰਖਾ ਦਵੈਸ਼ ਕਰੀ ਜਾਂਦੇ ਹਨ। ਸੋ ਕਿਸੇ ਦੇ ਔਗਣ ਫਰੋਲੀ ਜਾਂਦੇ ਨੇ, ਕਿਸੇ ਬਾਬਤ ਹੀ ਆਪਣੀਆਂ ਗੱਲਾਂ ਕਰ ਕਰਕੇ ਸਵਾਸ ਜ਼ਿੰਦਗੀ ਖਰਾਬ ਕਰ ਰਹੇ ਨੇ। ਪਰ ਜਿਹੜੇ ਗੁਰਮੁਖ ਸਤ ਸੰਗਤ ਨਾਲ ਤਾਂ ਮਿਲਦੇ ਹੀ ਆ, ਤੇ ਨਾਲ ਮਿਲ ਕਰਕੇ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਸਾਰ ਸੰਭਾਲਦੇ ਨੇ, ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਦਿਲ ਵਿੱਚ ਵਸਾਉਂਦੇ ਨੇ, ਪਰਮੇਸ਼ਰ ਦੇ ਗੁਣ ਚੇਤੇ ਕਰਦੇ ਤੇ ਨਾਮ ਨੂੰ ਸੰਭਾਲਦੇ ਹਨ। ਦੁਬਿਧਾ ਮੈਲ ਚੁਕਾਈ ਹਨ। ਸਾਧ ਸੰਗਤ ਜੀ, ਦੁਬਿਧਾ ਦੀ ਜਿਹੜੀ ਮੈਲ ਹੈ, ਇਹ ਦੁਬਿਧਾ ਦੀ ਮੈਲ ਉਹਨਾਂ ਨੇ ਚੁਕਾਈ ਹਨ, ਚੁਕਾ ਦਿੱਤੀ, ਦੂਰ ਕਰ ਦਿੱਤੀ। ਜੋ ਦਵੈਤ ਦੀ ਬਿਰਤੀ ਕਰਕੇ ਪੈਦਾ ਹੋਈ ਦੁਬਿਧਾ ਦੀ ਸੂਖਮ ਮੈਲ ਹੈ, ਇਹ ਦੁਚਿੱਤਾਪਨ ਹੈ ਵੀ ਆਹ ਕੰਮ ਕਰਾਂ, ਫਿਰ ਮਨ 'ਚ ਖਿਆਲ ਆਉਂਦਾ ਨਹੀਂ ਛੱਡ ਆਹ ਕੰਮ ਕਰ ਲੈਂਦੇ ਆ। ਕਦੀ ਮਨ ਦੇ ਵਿੱਚ ਆ ਗਿਆ ਚਲੋ ਜਾ ਕੇ ਗੁਰੂ ਘਰ ਸੰਗਤ ਕਰਦੇ ਆ, ਫਿਰ ਮਨ 'ਚ ਆ ਗਿਆ ਛੱਡ ਪਰੇ ਆ ਕੰਮ ਕਰੇਗਾ ਤੇ 4 ਪੈਸੇ ਹੋਰ ਆ ਜਾਣਗੇ। ਕਦੀ ਮਨ ਵਿੱਚ ਆ ਗਿਆ ਬਾਣੀ ਪੜ੍ਹਦੇ ਆ, ਫਿਰ ਮਨ 'ਚ ਆ ਗਿਆ ਕੋਈ ਨਹੀਂ ਬਾਣੀ ਕੀ ਕਰਨਾ ਹੈ, ਆ ਟੀਵੀ ਲਾ ਲਓ, ਆ ਸਿਨੇਮਾ ਲਾ ਲਓ। ਕੋਈ ਕਹਿੰਦੇ ਵੀ ਚਲੋ ਬਾਹਰ ਫਿਰ ਤੁਰ ਹੀ ਆਈਏ, ਬਾਜ਼ਾਰ 'ਚ ਸੈਰ ਕਰ ਆਓ, ਕਿਸੇ ਮਾਰਕੀਟ ਚਲੇ ਜਾਈਏ। ਉਹ ਇੱਦਾਂ ਦੁਬਿਧਾ ਬਣੀ ਰਹਿੰਦੀ ਹੈ, ਇੱਕ ਪਾਸੇ ਬਿਰਤੀ ਠਹਿਰਦੀ ਨਹੀਂ ਹੈ। ਪਰ ਜਿਹੜੇ ਗੁਰਮੁਖ ਸੰਗਤ ਨਾਲ ਮਿਲੇ ਰਹਿੰਦੇ ਹਨ, ਉਹ ਕਿਉਂ ਮਿਲੇ ਰਹਿੰਦੇ ਨੇ? ਕਿਉਂਕਿ ਉਹਨਾਂ ਨੇ ਆਪਣੇ ਦੁਚਿੱਤੇਪਨ ਦੀ ਜਿਹੜੀ ਅੰਦਰ ਮੈਲ ਹੈ, ਇਸ ਮੈਲ ਨੂੰ ਚੁਕਾ ਹੀ ਦਿੱਤਾ, ਦੂਰ ਹੀ ਕਰ ਦਿੱਤਾ, ਆਪਣੇ ਅੰਦਰੋਂ ਮੇਟ ਲਿਆ ਹੈ। ਹਰ ਰਾਖਿਆ ਪੁਰ ਤਾਰ। ਤੇ ਹਰੀ ਪਰਮੇਸ਼ਰ ਨੂੰ ਆਪਣੇ ਔਰ ਹਿਰਦੇ ਦੇ ਅੰਦਰ ਵਸਾ ਕੇ ਧਾਰਨ ਕਰਕੇ ਰੱਖਿਆ, ਸਦਾ ਪਰਮੇਸ਼ਰ ਨੂੰ ਅੰਦਰ ਵਸਾ ਕੇ ਰੱਖਦੇ ਹਨ। ਸੱਚੀ ਬਾਣੀ ਸੱਚ ਮਨ। ਉਹ ਗੁਰਮੁਖ ਫਿਰ ਸੱਚੀ ਸਤਿਗੁਰੂ ਸਾਹਿਬ ਜੀ ਦੀ ਹੀ ਬਾਣੀ ਪੜ੍ਹਦੇ ਨੇ, ਮਨ ਵਿੱਚ ਵੀ ਸੱਚੇ ਦਾ ਹੀ ਉਹ ਚਿੰਤਨ ਕਰਦੇ ਹਨ। ਜਾਂ ਸੱਚੀ ਬਾਣੀ, ਉਹਨਾਂ ਦੀ ਜਿਹੜੀ ਬਾਣੀ ਹੈ ਨਾ, ਉਹ ਸੱਚ ਦਾ ਹੀ ਉਚਾਰਨ ਕਰਦੀ। ਜੋ ਵੀ ਬੋਲਦੇ ਨੇ ਮੁਖੋਂ ਸੱਚ ਦੇ ਸੰਬੰਧੀ ਬੋਲਦੇ ਨੇ। ਸੱਚ ਕੀ ਹੈ? ਪਰਮੇਸ਼ਰ। ਤੇ ਪਰਮੇਸ਼ਰ ਦੇ ਸੰਬੰਧੀ ਬੋਲਣਾ ਵੀ ਸੱਚ ਦੇ ਬੋਲ ਹੀ ਹਨ। ਬਾਕੀ ਦੁਨੀਆ ਦੀਆਂ ਗੱਲਾਂ ਸਭ ਝੂਠੀਆਂ ਹੀ ਨੇ। ਸੱਚਾ ਕੇਵਲ ਸਾਧ ਸੰਗਤ ਜੀ ਨਾਮ ਹੈ, ਸੱਚਾ ਪਰਮੇਸ਼ਰ ਹੈ। ਤੇ ਗੁਰਮੁਖਾਂ ਦੀ ਜਿਹੜੀ ਬਾਣੀ ਹੈ ਉਹ ਵੀ ਸੱਚੀ ਹੈ, ਕਿਉਂਕਿ ਪਰਮੇਸ਼ਰ ਦੀ ਮਹਿਮਾ ਕਰਦੇ ਹਨ। ਸੱਚ ਮਨ, ਤੇ ਉਹਨਾਂ ਦਾ ਮਨ ਵੀ ਸੱਚਾ ਹੈ, ਕਿਉਂਕਿ ਅੰਦਰ ਸਚਾਈ ਆ ਗਈ, ਸੱਚਾ ਵਾਹਿਗੁਰੂ ਵਸ ਗਿਆ। ਸੱਚੇ ਨਾਲ ਪਿਆਰ। ਸੱਚੇ ਨਾਲ ਪਿਆਰ, ਉਹਨਾਂ ਦਾ ਪਿਆਰ ਹੀ ਸੱਚੇ ਵਾਹਿਗੁਰੂ ਦੇ ਨਾਲ ਹੈ। ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਬੋਲਦੇ ਨੇ, ਮਨ ਕਰਕੇ ਵੀ ਪਰਮੇਸ਼ਰ ਨੂੰ ਚੇਤੇ ਕਰਦੇ ਹਨ। ਅਤੇ ਫਿਰ ਪਿਆਰ ਵੀ ਵਾਹਿਗੁਰੂ ਦੇ ਨਾਲ, ਸੱਚੇ ਦੇ ਨਾਲ ਹੈ। ਮਨ ਮੇਰੇ ਹਉਮੈ ਮੈਲ ਭਰ ਨਾਲ। ਪਰ ਨਾਲ ਪਾਠ ਇਕੱਠਾ ਹੀ ਕਰਨਾ, ਅਰਥ ਹੁੰਦਾ ਸਮੁੰਦਰ। ਮਨ ਮੇਰੇ ਹਉਮੈ ਮੈਲ ਭਰ ਨਾਲ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨ ਨੂੰ ਕਹੀਏ, ਹੇ ਮੇਰਿਆ ਮਨਾ, ਜਿਹੜੀ ਹਉਮੈ ਦੀ ਮੈਲ ਹੈ ਨਾ, ਜਿਵੇਂ ਪ੍ਰਣਾਲ ਸਮੁੰਦਰ ਹੁੰਦਾ ਹੈ ਨਾ, ਤੇ ਸਮੁੰਦਰ ਕਿੰਨਾ ਪਾਣੀ ਦੇ ਨਾਲ ਭਰਿਆ, ਐਵੇਂ ਹੀ ਤੂੰ ਹਉਮੈ ਦੀ ਮੈਲ ਦੇ ਨਾਲ ਸਮੁੰਦਰ ਦੀ ਨਿਆਈ ਭਰਿਆ ਹੀ ਪਿਆ ਹੈ। ਸਾਧ ਸੰਗਤ ਜੀ, ਜਿਹੜੀ ਹਉਮੈ ਦੀ ਮੈਲ ਹੈ, ਇਹ ਜਮਾਂਦਰੂ ਹੈ ਸਾਡੇ ਅੰਦਰ। ਕੋਈ ਸਰੀਰ ਤੇ ਕੋਈ ਅੰਗ ਤੇ ਕੋਈ ਵੱਧ ਚੀਜ਼ ਆ ਜਾਵੇ, ਜਾਂ ਬੋਲਣ 'ਚ ਫਰਕ ਹੋਵੇ, ਜਾਂ ਕੋਈ ਨੁਕਸ ਹੋਵੇ, ਤੇ ਬੰਦਾ ਕਹਿ ਦਿੰਦਾ ਵੀ ਇਹ ਜਮਾਂਦਰੂ ਆ, ਵੀ ਜਨਮ ਤੋਂ ਹੀ ਇੱਦਾਂ ਹੈ। ਤੇ ਪਰ ਜਿਹੜੀ ਹਉਮੈ ਦੀ ਮੈਲ ਆ, ਉਹ ਤਾਂ ਸਾਡੇ ਜਨਮ ਤੋਂ ਵੀ ਪਹਿਲਾਂ ਹੈ।
ਉਹ ਤਾਂ ਕਈ ਜਨਮਾਂ ਦੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਈਆਂ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਆ। ਤੇ ਹਉਮੈ ਦੀ ਮੈਲ ਜਿਹੜੀ ਇਹ ਜਮਾਂਦਰੂ ਹੋਣ ਕਰਕੇ ਪਿੱਛੋਂ ਨਾਲ ਹੀ ਆਈ ਆ। ਤੇ ਹਉਮੈ ਦੀ ਮੈਲ ਕਰਕੇ ਹੀ ਜਿਹੜਾ ਬੰਦਾ ਹੈ ਆਪਣੇ ਆਪ ਨੂੰ ਰੱਬ ਤੋਂ ਵੱਖ ਸਮਝ ਬੈਠਦਾ ਵੀ ਰੱਬ ਕੁਝ ਹੋਰ ਹੈ ਤੇ ਅਸੀਂ ਕੁਝ ਵੱਖ ਹਾਂ। ਇਹ ਸਭ ਕੁਝ ਦੁਬਿਧਾ ਕਰਕੇ ਹੈ ਵਾਹਿਗੁਰੂ, ਇਹ ਹਉਮੈ ਕਰਕੇ ਹੈ। ਤੇ ਹਉਮੈ ਕਾਰਨ ਹੀ ਜੀਵ ਆਪਣੇ ਆਪ ਨੂੰ ਪਰਮੇਸ਼ਰ ਤੋਂ ਵੱਖ ਮੰਨੀ ਬੈਠਾ, ਸਾਰਿਆਂ ਨੂੰ ਪਰਮੇਸ਼ਰ ਤੋਂ ਵੱਖ ਸਮਝਦਾ ਹੈ। ਵੱਖ ਸਮਝਣ ਕਰਕੇ ਫਿਰ ਉਹ ਕਿਸੇ ਨਾਲ ਮੋਹ ਪੈਦਾ ਹੁੰਦਾ ਹੈ ਜਿਹੜਾ ਕੋਈ ਆਪਣੇ ਹੱਕ ਦਾ ਹੋਵੇ, ਕਿਸੇ ਨਾਲ ਈਰਖਾ ਪੈਦਾ ਹੁੰਦੀ ਹੈ ਜਿੱਥੋਂ ਲੱਗੇ ਵੀ ਇੱਥੋਂ ਸਾਡਾ ਕੋਈ ਫਾਇਦਾ ਨਹੀਂ ਨੁਕਸਾਨ ਹੋਵੇਗਾ। ਇਸ ਕਰਕੇ ਹਉਮੈ ਦੀ ਮੈਲ ਤੋਂ ਬਚਣਾ ਚਾਹੀਦਾ। ਸਾਨੂੰ ਪਹਿਲਾਂ ਗਿਆਨ ਕਰਾ ਰਹੇ ਨੇ ਵੀ ਹੇ ਮੇਰਿਆ ਮਨਾ, ਜਿਵੇਂ ਸਮੁੰਦਰ ਹੁੰਦਾ ਪ੍ਰਣਾਲ ਹੁੰਦਾ ਹੈ, ਇਸ ਤਰ੍ਹਾਂ ਤੇਰੇ ਅੰਦਰ ਹਉਮੈ ਦੀ ਮੈਲ ਭਰੀ ਪਈ ਹੈ। ਭਾਵ ਬਹੁਤੀ ਹੋਈ ਹਉਮੈ ਦੀ ਸੂਖਮ ਮੈਲ ਹੈ ਤੇਰੇ ਅੰਦਰ। ਹਉਮੈ ਕੀ ਹੈ? ਜੋ ਤਨ ਦੀ ਹੰਗਤਾ ਕਰਨੀ। ਹਉ ਤੇ ਮੈਂ ਦੋ ਸ਼ਬਦਾਂ ਦਾ ਮੇਲ ਹੈ, ਹੰਗਤਾ ਤੇ ਮਮਤਾ, ਜਿਹਨੂੰ ਕਹਿੰਦੇ ਮੈਂ ਤੇ ਮੇਰੀ, ਮੇਰ ਤੇਰ, ਸਾਰੇ ਦੁੱਖ ਸਭ ਲੜਾਈਆਂ ਇੱਥੋਂ ਹੀ ਫਿਰ ਸ਼ੁਰੂ ਹੁੰਦੇ ਨੇ। ਉਹ ਮਨਾ ਤੇਰੇ ਅੰਦਰ ਸਮੁੰਦਰ ਦੇ ਪਾਣੀ ਦੀ ਨਿਆਈ ਭਰੀ ਪਈ ਹੈ। ਹਰ ਨਿਰਮਲ ਸਦਾ ਸੋਹਣਾ। ਵੇਖ ਤੂੰ ਰੱਬ ਨਾਲ ਕਿਵੇਂ ਮਿਲੇਗਾ। ਇੱਕ ਪਾਸੇ ਤੂੰ ਹੈ, ਤੂੰ ਹਉਮੈ ਦੀ ਮੈਲ ਗੰਦਗੀ ਨਾਲ ਭਰਿਆ ਹੈ, ਦੂਜੇ ਪਾਸੇ ਹਰ ਨਿਰਮਲ ਸਦਾ ਸੋਹਣਾ। ਹਰੀ ਵਾਹਿਗੁਰੂ ਨਿਰਮਲ ਸ਼ੁੱਧ ਸਰੂਪ ਹੈ, ਉਹਦੇ ਵਿੱਚ ਮੈਲ ਹੀ ਕਿਸੇ ਤਰ੍ਹਾਂ ਦੀ ਨਹੀਂ ਹੈ। ਫਿਰ ਸਦਾ ਸੋਹਣਾ ਸਦੀਵ ਕਾਲ ਉਹ ਸੁੰਦਰ ਸਤ ਚਿਤ ਆਨੰਦ ਸਰੂਪ ਹੋਣ ਰੂਪੀ ਉਹ ਵਾਹਿਗੁਰੂ ਸੋਹਣਾ ਹੈ। ਮਾਲਕ ਨਿਰਮਲ ਵੀ ਹੈ ਤੇ ਮਾਲਕ ਸੋਹਣਾ ਵੀ ਹੈ। ਤੇ ਸਾਧ ਸੰਗਤ ਜੀ ਉਸ ਪਰਮੇਸ਼ਰ ਅਕਾਲ ਪੁਰਖ ਦੀਆਂ ਜਿਹੜੀਆਂ ਬਖਸ਼ਾਂ ਹਨ ਉਹ ਵੀ ਨਿਰਮਲ ਮਨ ਤੇ ਹੀ ਹੋਣਗੀਆਂ। ਫਿਰ ਮਹਾਰਾਜ ਵਾਹਿਗੁਰੂ ਨਿਰਮਲ ਹੈ, ਵਾਹਿਗੁਰੂ ਸੋਹਣਾ ਹੈ, ਅਸੀਂ ਮੈਲੇ ਹਾਂ, ਅਸੀਂ ਗੰਦਲੇ ਹਾਂ। ਫਿਰ ਕਿਸ ਤਰ੍ਹਾਂ ਅਸੀਂ ਵੀ ਸੁੱਚੇ ਹੋ ਕੇ ਪਵਿੱਤਰ ਹੋ ਕੇ ਤੇ ਵਾਹਿਗੁਰੂ ਨਾਲ ਮਿਲ ਸਕਦੇ ਹਾਂ? ਜੇ ਸਿੱਖ ਐਸਾ ਸਵਾਲ ਕਰੇ ਤਾਂ ਗੁਰੂ ਸਾਹਿਬ ਕਹਿੰਦੇ ਹਨ ਸ਼ਬਦ ਸਵਾਰਨ ਹਾਰ। ਕਹਿੰਦੇ ਭਾਈ ਉਹ ਪਰਮੇਸ਼ਰ ਐਸਾ ਏ ਵੀ ਉਹਦੀ ਸ਼ਰਨ ਪੈ ਜਾਵੇ, ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਵਾਰਨ ਹਾਰ, ਜਿਹੜੇ ਉਹਦੀ ਸ਼ਰਨ ਪੈਂਦੇ ਨੇ ਉਹਨਾਂ ਜੀਵਾਂ ਨੂੰ ਸਵਾਰ ਲੈਂਦਾ, ਅੰਦਰੋਂ ਹਉਮੈ ਦੀ ਮੈਲ ਵੀ ਮੇੜ ਦਿੰਦਾ। ਫਿਰ ਮੈਲ ਮੇੜ ਕੇ ਉਹ ਜੀਵਨ ਵੀ ਸੋਹਣਾ ਬਣਾ ਦਿੰਦਾ ਹੈ। ਫਿਰ ਸੋਹਣੇ ਕੌਣ ਹਨ? ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਦੀ ਬਹਿਣੀ ਉੱਠਣੀ ਸਤ ਸੰਗਤ ਨਾਲ, ਸੋਹਣੇ ਉਹੀ ਨੇ। ਸਰੀਰ ਕਰਕੇ ਸੁੰਦਰਤਾ ਇਹ ਤਾਂ ਚਮੜੀ, ਇਹ ਚੰਮ ਦੀ ਸੁੰਦਰਤਾ ਹੈ। ਚੰਮ ਦੀ ਸੁੰਦਰਤਾ ਦੇ ਨਾਲ ਮਨ ਦੀ ਸੁੰਦਰਤਾ ਦਾ ਸੰਬੰਧ ਹੀ ਕੋਈ ਨਹੀਂ ਹੈ। ਚੰਮ ਕਾਲਾ ਹੈ, ਚੰਮ ਗੋਰਾ ਏ, ਇਹਦੇ ਨਾਲ ਮਨ ਨੂੰ ਕੋਈ ਨਹੀਂ ਫਰਕ ਪੈਂਦਾ। ਜਿਹੜੀ ਮਨ ਦੀ ਮੈਲ ਜਾਂ ਮਨ ਦੀ ਸੁੰਦਰਤਾ ਉਹ ਤਾਂ ਅੰਦਰ ਸੰਸਕਾਰਾਂ ਕਰਕੇ ਆ, ਉਹ ਤਾਂ ਕਿਹੋ ਜਿਹੇ ਖਿਆਲ ਆਉਂਦੇ ਉਹਨਾਂ ਕਰਕੇ ਆ। ਤੇ ਗੁਰੂ ਗਰੀਬ ਨਿਵਾਸ ਸਾਹਿਬ ਕਹਿੰਦੇ ਵੀ ਉਹ ਪਰਮੇਸ਼ਰ ਜੈਸਾ ਆਪ ਸੋਹਣਾ ਹੈ ਸਤ ਚਿਤ ਆਨੰਦ ਸਰੂਪ, ਜੈਸਾ ਵਾਹਿਗੁਰੂ ਆਪ ਸਦਾ ਨਿਰਮਲ ਹੈ, ਸ਼ਬਦ ਦੀ ਕਮਾਈ ਕਰਾ ਕੇ ਤੇ ਤੈਨੂੰ ਵੀ ਸਵਾਰਨਹਾਰ ਸਵਾਰ ਲਵੇਗਾ। ਤੇਰਾ ਵੀ ਮਨ ਨਿਰਮਲ ਕਰ ਦੂਗਾ, ਤੈਨੂੰ ਵੀ ਆਪਣੇ ਵਰਗਾ ਸਤ ਚਿਤ ਆਨੰਦ ਸਰੂਪ ਵਿੱਚ ਲੀਨ ਕਰਨ ਨੂੰ ਵੀ ਸੋਹਣਾ ਬਣਾ ਦੇਵੇਗਾ। ਇਹ ਵਿਸ਼ਰਾਮ ਦੇ ਕੇ ਸਤਿਗੁਰੂ ਮਹਾਰਾਜ ਟਿਕਾਓ ਦਾ ਬਚਨ ਕਰਦੇ ਨੇ ਵੀ ਇਹ ਟਿਕੋ ਇਸ ਤੇ। ਕਿਉਂਕਿ ਹੁਣ ਸਾਧ ਸੰਗਤ ਜਿੰਨਾ ਚਿਰ ਜੀਵਨ ਸਵਰਦਾ ਨਹੀਂ ਹੈ ਨਾ, ਜਿੰਨਾ ਚਿਰ ਅੰਦਰ ਧੀਰਜ ਨਹੀਂ ਆਉਂਦੀ, ਉਹਨਾਂ ਚਿਰ ਬੰਦੇ ਦੇ ਅੰਦਰ ਜਾਰਨ ਸ਼ਕਤੀ ਨਹੀਂ ਆਉਂਦੀ। ਕਈ ਚੀਜ਼ਾਂ ਝੱਲੀਆਂ ਵੀ ਨਹੀਂ ਜਾਂਦੀਆਂ। ਜਿਵੇਂ ਇੱਧਰ ਕੋਈ ਹਰਿਆਣੇ ਵੱਲ ਦੱਸਦੇ ਆ ਵੀ ਕੋਈ ਮਹਾਂਪੁਰਖ ਸਨ ਵੀ ਉਹਨਾਂ ਦੇ ਕੋਈ ਸੇਵਾ ਕਰਨ ਵਾਲਾ ਬੜਾ ਲੰਮਾ ਸਮਾਂ ਪਟਿਆਲੇ ਤੋਂ ਸੇਵਾ ਕਰਨ ਜਾਵੇ, ਸੇਵਾ ਕਰੇ। ਇੱਕ ਦਿਨ ਉਹਨੇ ਕਿਹਾ ਵੀ ਮਹਾਰਾਜ ਇੰਨੀ ਸੇਵਾ ਕੀਤੀ ਆ, ਹੁਣ ਅੰਤਰਜਾਮ ਤਾਂ ਹੀ ਬਖਸ਼ ਦਿਓ ਥੋੜ੍ਹੀ। ਉਹ ਕਹਿੰਦੇ ਨਹੀਂ, ਤੇਰੇ ਕੋਲ ਝੱਲੀ ਨਹੀਂ ਜਾਣੀ। ਕਿਉਂ? ਕਿਉਂਕਿ ਅੰਦਰ ਸਵਰਿਆ ਨਹੀਂ ਨਾ, ਹਾਲਾਂ ਅੰਦਰ ਸੋਹਣਾ ਨਹੀਂ ਬਣਿਆ। ਕਹਿੰਦੇ ਵੀ ਅੰਤਰਜਾਮ ਤਾਂ ਦੇ ਤਾਂ ਤੈਨੂੰ ਦਈਏ, ਤੂੰ ਸਹਾਰ ਨਹੀਂ ਹੋਣਾ। ਉਹ ਫਿਰ ਕਹੇ ਜੀ ਥੋੜ੍ਹੀ ਕਰ ਦਿਓ ਕਿਰਪਾ। ਹੁਣ ਲਾਗਲੇ ਸੰਗੀ ਸਾਥੀ ਉਹ ਵੀ ਕਹਿਣ ਲੱਗੇ ਵੀ ਮਹਾਰਾਜ ਸੰਤ ਜੀ ਇੰਨੇ ਚਿਰ ਦਾ ਸੇਵਾ ਕਰਦਾ, ਚਲੋ ਦੇ ਦਿਓ।
ਕਹਿੰਦੇ ਵੀ ਮੈਂ ਦੇਣਾ ਦੇ ਨੂੰ ਅੰਤਰਜਾਮਤਾ ਚਾਹੁੰਦਾ ਨਹੀਂ ਸੀ, ਪਰ ਤੁਸੀਂ ਕਹਿੰਦੇ ਆ ਤੇ ਮੈਂ ਬਖਸ਼ ਦਿੰਦਾ। ਉਹ ਕਹਿੰਦੇ ਵੀ ਕੋਈ ਨਹੀਂ, ਅੰਤਰਜਾਮਤਾ ਹੋ ਜੂ। ਉਹ ਸਹਿਜੇ ਸਹਿਜੇ ਉਸ ਪੁਰਖ ਨੂੰ ਅੰਦਰ ਦੀ ਗੱਲ ਪਤਾ ਲੱਗਣ ਲੱਗ ਪਈ। ਅਤੇ ਜਦੋਂ ਜਿਉਂ-ਜਿਉਂ ਅੰਤਰਜਾਮਤਾ ਵੱਧਦੀ ਗਈ ਤਿਉਂ-ਤਿਉਂ ਉਹ ਤਾਂ ਦੁਖੀ ਹੋ ਗਿਆ। ਉਹਦਾ ਕਾਰਨ ਇਹ ਹੈ ਵੀ ਜਿੰਨੇ ਵੀ ਆਪਾਂ ਲੋਕ ਹੈ, ਜੋ ਅਸੀਂ ਮਨ ਵਿੱਚ ਸੋਚਦੇ ਹੈ, ਕੋਈ ਸੋਚ ਇੱਕ ਅੱਧਾ ਹੁੰਦਾ ਜਿਹੜਾ ਚੰਗਾ ਸੋਚਦਾ, ਨਹੀਂ ਤਾਂ ਸਾਰੇ ਪੁੱਠਾ ਹੀ ਸੋਚਦੇ ਆ ਨਾ, ਮਾੜਾ ਹੀ ਸੋਚਦੇ ਆ। ਖਿਆਲ ਸਾਡੇ ਭੈੜੇ ਜਿਹੇ ਆਉਂਦੇ ਨੇ, ਮਾੜਾ ਜਿਹਾ ਹੀ ਸੋਚਦੇ ਆ ਵੀ ਫਲਾਣੇ ਬਾਰੇ ਐਂ ਤੇ ਉਹੋ ਜਿਹੇ ਖਿਆਲ ਆਉਂਦੇ ਆ। ਉਹ ਅੰਤਰਜਾਮਤਾ ਹੋ ਗਈ, ਉਹ ਤਾਂ ਹੁਣ ਆਪਣੇ ਲਾਗੇ ਰਹਿਣ ਵਾਲਿਆਂ ਦੇ ਅੰਦਰ ਦੀ ਗੱਲ ਬੁੱਝਣ ਲੱਗ ਪਿਆ। ਫਿਰ ਉਹਨੇ ਲੜਾਈ ਪਾ ਲੈਣੀ, ਝਗੜਾ ਕਰ ਲੈਣਾ, ਕਿਉਂਕਿ ਮਹਾਂਪੁਰਖ ਵੀ ਜਾਣਦੇ ਹੁੰਦੇ ਨੇ, ਪਰ ਉਹ ਇਸ ਪਾਸਿਓਂ ਆਪਣੇ ਆਪ ਨੂੰ ਜਿਵੇਂ ਬਲੌਕ ਹੀ ਕਰ ਦਈਦਾ ਨਾ, ਕੋਈ ਚੀਜ਼ ਬੰਦ ਹੀ ਕਰ ਦਿੰਦੀ ਹੈ, ਕਰ ਦਈਦੀ ਹੈ। ਇਵੇਂ ਸੰਤ ਬੰਦ ਹੀ ਕਰ ਦਿੰਦੇ ਨੇ ਵੀ ਸਾਡੇ ਬਾਰੇ ਕੌਣ ਕੀ ਸੋਚਦਾ ਹੈ, ਇੱਧਰ ਅਸੀਂ ਧਿਆਨ ਹੀ ਨਹੀਂ ਦੇਣਾ। ਉਹਨਾਂ ਨੂੰ ਪਤਾ ਸਭ ਕੁਝ ਹੁੰਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਦੇ ਕੋਲ ਕੋਈ ਮਨ ਵਿੱਚ ਫੁਰਨਾ ਆ ਗਿਆ, ਆਨੰਦ ਲਾਲ ਜੀ ਦੇ, ਮਹਾਰਾਜ ਨੇ ਕਿਹਾ ਵੀ ਇੱਦਾਂ ਨਹੀਂ ਸੋਚੀਦਾ। ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਅੰਦਰ ਦੀਆਂ ਗੱਲਾਂ ਬੁੱਝ ਲੈਂਦੇ ਆ, ਸਾਨੂੰ ਆਗਿਆ ਦਿਓ। ਸਾਡੇ ਮਨ 'ਚ ਕੋਈ ਮਾੜਾ ਖਿਆਲ ਵੀ ਆ ਜਾਂਦਾ, ਅਸੀਂ ਦੂਰ ਕਿਤੇ ਚਲੇ ਜਾਈਏ। ਅਤੇ ਸਾਹਿਬ ਹੱਸ ਕੇ ਕਹਿਣ ਲੱਗੇ, ਜੇ ਦੂਰ ਚਲੇ ਜਾਏਗਾ ਤਾਂ ਫਿਰ ਤੇਰੇ ਮਨ ਦਾ ਪਤਾ ਨਹੀਂ ਲੱਗੂਗਾ। ਖਿਆਲ ਤਾਂ ਭਾਵੇਂ ਨੇੜੇ ਆ ਦੂਰ ਆ, ਸਾਨੂੰ ਸਭ ਪਤਾ ਕੀ ਸੋਚਦਾ ਹੈ, ਕੀ ਮਨ 'ਚ ਖਿਆਲ ਹੈ ਤੇਰੇ। ਇਸ ਕਰਕੇ ਜੀਵਨ ਹੀ ਚੰਗਾ ਬਣਾਉਣਾ ਚਾਹੀਦਾ। ਚਰਨੀ ਪੈ ਗਏ ਮਹਾਰਾਜ, ਫਿਰ ਇਹ ਮਾੜਾ ਸੰਕਲਪ ਫੁਰੇ ਹੀ ਨਾ, ਜਿਹਦੇ ਕਰਕੇ ਤੁਹਾਡੇ ਸਾਹਮਣੇ ਸ਼ਰਮਿੰਦਿਆਂ ਹੋਣਾ ਪਵੇ। ਇੱਦਾਂ ਦੀ ਸਾਡੀ ਹਾਲਤ ਹੈ। ਉਹ ਹੁਣ ਅੰਤਰਜਾਮਤਾ ਹੋ ਗਈ, ਉਸ ਪੁਰਖ ਨੂੰ ਭਾਂਡਾ ਸੁਧਰਿਆ ਨਹੀਂ ਸੀ। ਅਜਾਰ ਸ਼ਕਤੀ ਹੋਣੀ ਚਾਹੀਦੀ ਹੈ, ਇਹ ਧੀਰਜ ਹੋਣੀ ਚਾਹੀਦੀ ਹੈ, ਫਿਰ ਕਦੇ ਅੰਤਰਜਾਮਤਾ ਜਰੀ ਜਾਂਦੀ ਹੈ। ਨਹੀਂ ਤਾਂ ਹਰ ਇੱਕ ਬੰਦਾ ਜੇ ਅੰਤਰਜਾਮੀ ਹੋ ਜਾਏ, ਅੰਤਰਜਾਮੀ ਹੋਣ ਦਾ ਮਤਲਬ ਹੈ ਲੜਾਈਆਂ ਝਗੜੇ ਵੱਧ ਜਾਣਗੇ। ਉਹ ਹੁਣ ਮਨ ਵਿੱਚ ਕੋਈ ਉਹਦੇ ਬਾਰੇ ਕੋਈ ਮਾੜਾ ਸੋਚੇ, ਉਹਦੇ ਨਾਲ ਜਾ ਕੇ ਲੜੇ ਵੀ ਤੂੰ ਮੇਰੇ ਬਾਰੇ ਮਨ ਵਿੱਚ ਇੱਦਾਂ ਦੇ ਖਿਆਲ ਲਿਆਉਣਾ, ਉਹ ਤਾਂ ਲੜਾਈ ਸ਼ੁਰੂ ਹੋ ਗਈ। ਉਹ ਕਰਦੇ ਆ ਝਗੜਦੇ ਆ, ਕਿਉਂਕਿ ਆਪਣਾ ਸੁਭਾਅ ਹੈ ਵੀ ਸਾਨੂੰ ਤਾਂ ਕੋਈ ਮੂੰਹੋਂ ਕੁਝ ਮਾੜਾ ਕਹਿ ਦੇ, ਸਾਨੂੰ ਕਿਸੇ ਦੇ ਰਾਹੀਂ ਪਤਾ ਲੱਗੇ ਅਤੇ ਜਾ ਕੇ ਅਸੀਂ ਉਹਦੇ ਨਾਲ ਵੀ ਸਿਰ ਅੜਾ ਲੈਂਦੇ ਹਾਂ ਨਾ, ਅੱਗ ਬਬੂਲੇ ਹੋ ਜਾਂਦੇ ਹਾਂ ਵੀ ਤੂੰ ਮੈਨੂੰ ਆਹ ਗੱਲ ਆਖੀ ਕਿਵੇਂ। ਅਤੇ ਹੁਣ ਸੋਚੋ ਵੀ ਜਦੋਂ ਮਨ ਵਿੱਚ ਜੋ ਕਿਸੇ ਬਾਰੇ ਕੋਈ ਕੁਝ ਕਹਿੰਦਾ, ਉਹੀ ਗੱਲਾਂ ਪਤਾ ਲੱਗਣ ਲੱਗ ਪੈਣ, ਫਿਰ ਤਾਂ ਲੜਾਈਆਂ ਹੀ ਹੈ ਨਾ। ਉਹ ਝਗੜੇ ਕਰਨ ਲੱਗ ਪਿਆ, ਤੂੰ ਫਲਾਣੇ ਨੂੰ ਇੱਦਾਂ ਕਿਹਾ, ਤੂੰ ਮੈਨੂੰ ਇੱਦਾਂ ਕਿਹਾ, ਤੂੰ ਇਹਨੂੰ ਇੱਦਾਂ ਕਹਿਣਾ ਹੈ, ਮੂੰਹ ਕੁਝ ਹੋਰ, ਮਨ 'ਚ ਤੇਰੇ ਕੁਝ ਹੋਰ ਹੈ। ਇੰਨਾ ਪਰੇਸ਼ਾਨ ਹੋ ਗਿਆ ਵੀ ਪਾਗਲ ਹੋਣ ਦੀ ਅਵਸਥਾ 'ਚ ਚਲਾ ਗਿਆ। ਉਹ ਸਹਾਰੀ ਨਹੀਂ ਗਈ ਅੰਤਰਜਾਮਤਾ ਅੰਦਰ ਦੀ ਗੱਲ। ਕਹਿੰਦਾ ਮੈਨੂੰ ਲੈ ਜਾਓ ਸੰਤਾਂ ਕੋਲ, ਲੈ ਕੇ ਗੱਡੀ ਦੇ ਪਾ ਕੇ, ਕਹਿੰਦਾ ਵੀ ਲੈ ਲਓ ਇਹ ਅੰਤਰਜਾਮਤਾ ਵਾਪਸ, ਮੇਰੇ ਕੋਲ ਨਹੀਂ ਇਹ ਸਹਾਰ ਹੁੰਦੀ। ਕਹਿੰਦੇ ਤੈਨੂੰ ਤਾਂ ਪਹਿਲਾਂ ਕਿਹਾ ਸੀ ਵੀ ਇਹਦੇ ਲਈ ਪਹਿਲਾਂ ਭਾਂਡਾ ਅੰਦਰੋਂ ਸੋਹਣਾ ਬਣਾਉਣਾ ਪੈਣਾ। ਉਹ ਸ਼ਬਦ ਨੇ ਸਵਾਰਨਾ ਹੈ, ਸ਼ਬਦ ਦੀ ਕਮਾਈ ਕਰਨੀ ਸੀ, ਨਾਮ ਜਪੀ ਜਾਣਾ ਸੀ। ਨਾਮ ਜਪਦੇ ਹਾਂ ਜਦੋਂ ਭਾਂਡਾ ਸੁਧਰ ਜਾਂਦਾ, ਜਦੋਂ ਫਿਰ ਅੰਦਰ ਅਜਾਰ ਅਵਸਥਾ ਆ ਜਾਂਦੀ, ਫਿਰ ਅੰਤਰਜਾਮਤਾ ਵੀ ਭਲੀ ਹੈ। ਪਰ ਜਿੰਨਾ ਚਿਰ ਅੰਦਰ ਅਜਾਰ ਅਵਸਥਾ ਨਹੀਂ, ਅੰਤਰਜਾਮਤਾ ਤਾਈਓ ਤਾਂ ਤੈਨੂੰ ਦਿੰਦੇ ਨਹੀਂ ਸੀ। ਫਿਰ ਉਹ ਕਹਿੰਦਾ ਵੀ ਇਹ ਲੈ ਲਓ। ਉਹ ਕਹਿੰਦੇ ਕੋਈ ਨਹੀਂ। ਉਹ ਸਹਿਜੇ ਫਿਰ ਠੀਕ ਹੋ ਗਿਆ। ਉਹ ਪੁੱਛਿਆ ਗੁਰਮੁਖਾਂ ਨੇ, ਕਹਿੰਦੇ ਹੁਣ? ਕਹਿੰਦਾ ਹੁਣ ਠੀਕ ਹੈ। ਕਹਿੰਦਾ ਵੀ ਜਦੋਂ ਅੰਤਰਜਾਮਤਾ, ਉਦੋਂ ਤੇ ਮੈਂ ਬਸ ਹਰ ਵੇਲੇ ਮੇਰੇ ਅੰਦਰ ਲੜਾਈ ਝਗੜੇ, ਰਾਤ ਦਿਨ ਮੈਨੂੰ ਇਹੀ ਬਸ ਫਲਾਣੇ ਨੇ ਮੇਰੇ ਬਾਰੇ ਆਹ ਸੋਚਿਆ, ਫਲਾਣਾ ਆਹ ਕਹਿੰਦਾ, ਉਹ ਕਹਿੰਦਾ, ਇਹ ਮੈਨੂੰ ਗੱਲਾਂ ਪਤਾ ਲੱਗਣ ਲੱਗ ਪਈਆਂ ਅਤੇ ਲੜਾਈਆਂ ਵੱਧ ਗਏ, ਕਲੇਸ਼ ਵੱਧ ਗਏ। ਹੁਣ ਕਹਿੰਦਾ ਸੌਖਾ ਹੈ ਵੀ ਜੋ ਮਰਜ਼ੀ ਕੋਈ ਸੋਚੀ ਜਾਵੇ, ਪਤਾ ਤਾਂ ਨਹੀਂ ਨਾ ਲੱਗਦਾ। ਸੋ ਇਸ ਕਰਕੇ ਸਾਧ ਸੰਗਤ ਦੇ ਜਿਹੜੀਆਂ ਸ਼ਕਤੀਆਂ ਵੀ ਹੁੰਦੀਆਂ ਨੇ ਨਾ, ਇਹ ਸ਼ਕਤੀਆਂ ਵੀ ਅੰਦਰ ਸੋਹਣਾ ਬਣੇ, ਅੰਦਰ ਸਵਾਰਿਆ ਹੋਵੇ, ਫੇਰ ਹੀ ਪ੍ਰਾਪਤ ਹੋਈਆਂ ਫੱਬਦੀਆਂ ਨੇ। ਜਿੱਦਾਂ ਹੁਣ ਆਪਾਂ ਹੀ ਹੈ, ਆਪਾਂ ਕਹੀਏ ਮਹਾਰਾਜ ਸਾਨੂੰ ਅੰਤਰਜਾਮਤਾ ਦੇ ਦਿਓ, ਮਹਾਰਾਜ ਦੇ ਵੀ ਦੇਣਗੇ ਜੇ ਕਿਸੇ ਕੋਈ ਕਰਮ ਤੋਂ ਖੁਸ਼ ਹੋ ਗਏ। ਪਰ ਝੱਲਾਂਗੇ ਕਿਵੇਂ? ਆਪਾਂ ਆਪਣੇ ਕੋਲ ਸਹਾਰੀ ਜਾਣੀ ਹੈ ਵੀ ਆਪਾਂ ਕਿਹਦੇ ਬਾਰੇ ਕੀ ਸੋਚਦੇ ਹਾਂ, ਕੈਸਾ ਖਿਆਲ ਹੈ। ਸੋ ਇਸ ਕਰਕੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਵਾਹਿਗੁਰੂ ਨਿਰਮਲ ਹੈ, ਵਾਹਿਗੁਰੂ ਸੋਹਣਾ ਹੈ। ਮਹਾਰਾਜ ਅਸੀਂ ਕਹਿੰਦੇ ਤੁਸੀਂ ਵੀ ਸ਼ਬਦ ਦੀ ਕਮਾਈ ਕਰੋ, ਸ਼ਬਦ ਦੀ ਕਮਾਈ ਕਰਕੇ ਤੁਹਾਨੂੰ ਵੀ ਨਿਰਮਲ ਅਤੇ ਤੁਹਾਨੂੰ ਵੀ ਸੋਹਣਾ ਸੱਚਚਿਤ ਆਨੰਦ ਸਰੂਪ ਹੀ ਬਣਾ ਲਵੇਗਾ।
ਇਹ ਰਹਾਉ ਦੀਆਂ ਪੰਕਤੀਆਂ ਕਹੀਆਂ ਹਨ। ਸੱਚੇ ਸ਼ਬਦ ਮਨ ਮੋਹਿਆ। ਆ ਜਿਹੜੇ ਸੱਚੇ ਗੁਰਾਂ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਦੇ ਨੇ, ਉਹਨਾਂ ਦਾ ਮਨ ਤਾਂ ਸੱਚੇ ਸ਼ਬਦ ਤੇ ਹੀ ਮੋਹਿਆ ਗਿਆ, ਮੋਹਿਤ ਹੋ ਗਿਆ। ਉਹਨਾਂ ਨੂੰ ਮਹਾਰਾਜ ਦੀ ਬਾਣੀ ਤੋਂ ਬਗੈਰ ਹੋਰ ਕਿਸੇ ਚੀਜ਼ ਦੀ ਖਿੱਚ ਹੀ ਨਹੀਂ ਪੈਂਦੀ। ਬਾਣੀ ਤੋਂ ਬਗੈਰ ਉਹ ਕਿਸੇ ਵੱਲ ਖਿੱਚੇ ਜਾਂਦੇ ਹੀ ਨਹੀਂ ਹਨ। ਹਰ ਵੇਲੇ ਗੁਰਬਾਣੀ ਦਾ ਮੋਹ ਹੈ, ਗੁਰਬਾਣੀ ਦਾ ਮਨ ਵਿੱਚ ਪ੍ਰੇਮ ਹੈ, ਉਹਨਾਂ ਦਾ ਮਨ ਖਿੱਚਿਆ ਗਿਆ ਹੈ। ਪ੍ਰਭ ਆਪੇ ਲਏ ਮਿਲਾਏ। ਜਿਨ੍ਹਾਂ ਦਾ ਮਨ ਮੋਹਿਆ ਗਿਆ, ਸ਼ਬਦ ਤੇ ਖਿੱਚਿਆ ਗਿਆ, ਪ੍ਰਭ ਆਪੇ ਲਏ ਮਿਲਾਏ। ਪਰਮੇਸ਼ਰ ਉਹਨਾਂ ਨੂੰ ਆਪ ਹੀ ਆਪਣੇ ਨਾਲ ਫਿਰ ਮੇਲ ਲੈਂਦਾ, ਆਪਣੇ ਨਾਲ ਵਾਹਿਗੁਰੂ ਉਹਨਾਂ ਦਾ ਮੇਲਾ ਕਰਾ ਲੈਂਦਾ ਏ। ਅਨ ਦਿਨ ਨਾਮੇ ਰਤਿਆ। ਜਿਹੜੇ ਗੁਰਮੁਖ ਅਨ ਦਿਨ ਹਰ ਰੋਜ਼ ਰਾਤ ਦਿਨ ਵਾਹਿਗੁਰੂ ਦੇ ਨਾਮ ਜਪਣ ਵਿੱਚ ਹੀ ਰੱਤੇ ਰੰਗੇ ਰਹਿੰਦੇ ਨੇ, ਜਿਹੜੇ ਰਾਤ ਦਿਨ ਸਿਮਰਨ ਕਰਦੇ ਹਨ, ਜਿਹੜੇ ਹਰ ਸਮੇਂ ਵਾਹਿਗੁਰੂ ਨੂੰ ਚੇਤੇ ਕਰਦੇ ਹਨ। ਜੋਤੀ ਜੋਤ ਸਮਾਏ। ਜਿਹੜਾ ਜੋਤੀ ਸਰੂਪ ਪਰਮੇਸ਼ਰ, ਜੋ ਵੱਡੀ ਜੋਤ ਹੈ, ਪਰਮ ਆਤਮਾ ਹੈ, ਜੋ ਉਹਨਾਂ ਜੀਵਾਂ ਦੀ ਜੋਤ ਉਸ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ, ਆਪਣੇ ਵਿੱਚ ਮੇਲ ਲੈਂਦਾ। ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ਵਿੱਚ ਪੈ ਕੇ ਉਹ ਸਮਾ ਜਾਂਦੀ, ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਇਵੇਂ ਜਿਹੜੀ ਸਾਡੇ ਅੰਦਰ ਜੋਤ ਜਗ ਰਹੀ ਹੈ ਤਾਂ ਕਿਣਕਾ ਮਾਤਰ ਹੀ ਹੈ, ਤੋਂ ਵੀ ਥੋੜ੍ਹੀ ਹੀ ਹੋਏਗੀ, ਇੰਨਾ ਕੀ ਹੈ ਬਸ ਸਾਡੇ ਅੰਦਰ ਜੋਤ। ਅਤੇ ਉਹ ਜੋਤੀ ਰੂਪ ਪਰਮੇਸ਼ਰ ਆਪ, ਉਹ ਤਾਂ ਜੋਤ ਦਾ ਸਮੂਹ ਹੈ, ਉਹ ਤਾਂ ਪਰਮੇਸ਼ਰ ਪਰਮ ਆਤਮਾ ਹੈ। ਅਤੇ ਉਹ ਪਰਮ ਆਤਮਾ ਜੋਤੀ ਸਰੂਪ ਮਾਲਕ ਜੀਵਾਂ ਦੀ ਜਿਹੜੀ ਪ੍ਰਤੱਖ ਜੋਤ ਹੈ, ਜੋ ਸਰੀਰਾਂ ਦੇ ਵਿੱਚ ਜੋਤ ਹੈ, ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ, ਇੱਕਮਿਕ ਕਰ ਲੈਂਦਾ ਹੈ। ਹਰ ਜਨ ਦੋਈ ਏਕ ਹੈ। ਫਿਰ ਹਰੀ ਪਰਮੇਸ਼ਰ ਅਤੇ ਹਰੀ ਦੇ ਜਨ ਇੱਕੋ ਹੀ ਰੂਪ ਹੋ ਜਾਂਦੇ ਨੇ, ਕਿਉਂਕਿ ਜੋਤ ਵਿੱਚ ਜੋਤ ਰਲ ਗਈ ਨਾ। ਜੋਤੀ ਮੈਂ ਜੋਤ ਰਲ ਜਾਇਆ, ਜਦੋਂ ਜੋਤੀ ਵਿੱਚ ਜੋਤ ਹੀ ਰਲ ਗਈ ਫਿਰ ਬਸ ਇੱਕਮਿਕ ਹੋ ਗਏ, ਫਿਰ ਨਹੀਂ ਫਰਕ ਰਹਿ ਗਿਆ। ਫਿਰ ਵਾਹਿਗੁਰੂ ਦਾ ਹੀ ਰੂਪ ਹੋ ਗਏ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਜਿਨ੍ਹਾਂ ਨੂੰ ਮਹਾਰਾਜ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਉਹ ਕਿਹੋ ਜਿਹੇ ਹੁੰਦੇ ਨੇ? ਕਹਿੰਦੇ ਵੀ ਉਹਨਾਂ ਦੀ ਜੋਤੀ ਜੋਤ ਸਮਾ ਗਏ ਨੇ। ਉਹ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਮੂਲ ਉੱਕਾ ਹੀ ਕਹਿੰਦੇ, ਫਰਕ ਨਾ ਰੱਖੋ, ਉਹ ਰੱਬ ਵਰਗੇ ਹੀ ਹਨ। ਜੋਤੀ ਜੋਤ ਸਮਾਉਣ ਦਾ ਭਾਵ ਸਾਧ ਸੰਗਤ ਜੀ, ਜੋਤ ਆਪਣੀ ਵਾਹਿਗੁਰੂ ਵਿੱਚ ਮਿਲ ਜਾਣੀ। ਇਹ ਹੁਣ ਵਾਹਿਗੁਰੂ 'ਚ ਮਿਲਣੀ ਜੋਤ, ਇਹ ਮਰਨ ਤੋਂ ਬਾਅਦ ਨਹੀਂ ਹੁੰਦਾ ਕੇਵਲ, ਇਹ ਜਿਉਂਦੇ ਜੀ ਪਰਮੇਸ਼ਰ ਦੇ ਵਿੱਚ ਜੋਤ ਮਿਲਦੀ ਹੈ। ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੁੰਦੀ। ਮਤਾ ਕਿਤੇ ਖਿਆਲ ਹੋਵੇ ਵੀ ਸ਼ਾਇਦ ਜੋਤ ਜਾ ਕੇ ਵਾਹਿਗੁਰੂ 'ਚ ਉਦੋਂ ਹੀ ਮਿਲਦੀ ਹੈ ਜਦੋਂ ਸਰੀਰ ਤਿਆਗੀ ਦਾ ਹੈ। ਨਹੀਂ, ਮਾਲਕ ਦੀ ਜੋ ਪਰਮ ਜੋਤ ਦੇ ਅੰਦਰ ਨਾਮ ਜਪਦੇ ਹਾਂ, ਅਭਿਆਸ ਕਰਦੇ ਹਾਂ, ਸ਼ਬਦ ਕਮਾਉਂਦੇ ਹਾਂ, ਨਾਮ ਵਿੱਚ ਰੰਗੇ ਗਿਆ, ਜੀਵ ਦੀ ਸੰਸਾਰ 'ਚ ਰਹਿੰਦਿਆਂ ਹੀ ਜੋਤ ਸਮਾ ਜਾਂਦੀ ਹੈ। ਭਾਵ ਕਿ ਵਾਹਿਗੁਰੂ ਦੇ ਨਾਲ ਆਤਮਾ ਪਰਮਾਤਮਾ 'ਚ ਮਿਲ ਜਾਂਦੀ ਹੈ। ਉਸ ਵਾਹਿਗੁਰੂ ਦਾ ਮੇਲ ਮਿਲਾਪ ਹੋ ਜਾਂਦਾ ਏ। ਜੋਤੀ ਹੂੰ ਪ੍ਰਭ ਜਾਪਦਾ। ਹਾਂ, ਹੂ ਟਿੱਪੀ ਤੋਂ ਰਹਿ ਦੀ ਪਾਠ ਕਰਨਾ। ਜੋਤੀ ਹੂ ਪ੍ਰਭ ਜਾਪਦਾ। ਜੋ ਜੋਤੀ ਕੀ ਹੈ? ਸਾਧ ਸੰਗਤ, ਜਿਵੇਂ ਖੱਟ ਜੋਤੀਆਂ ਨੇ, ਜਿਵੇਂ ਸੂਰਜ, ਇਹਦੇ ਵਿੱਚ ਵੀ ਜੋਤ ਜਗ ਰਹੀ ਹੈ। ਚੰਦਰਮਾ ਵਿੱਚ ਜੋਤ ਹੈ, ਬਿਜਲੀ ਲਿਸ਼ਕੇ ਉਹਦੇ ਵਿੱਚ ਜੋਤ ਹੈ, ਜੁਗਨੂ ਦੇ ਵਿੱਚ ਜੋਤ ਹੈ। ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਨਾਲ ਚਾਨਣ ਵਾਲੀਆਂ ਸ਼ੈਆਂ ਹਨ। ਅਤੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੀਆਂ ਇਹ ਖੱਟ ਜੋਤੀਆਂ ਨੇ, ਜੋਤੀ ਹੂ ਪ੍ਰਭ ਜਾਪਦਾ, ਇਹ ਪ੍ਰਭੂ ਦੀ ਜੋਤ ਕਰਕੇ ਹੀ ਇਹਨਾਂ ਦਾ ਚਾਨਣ ਜਾਪਦਾ ਦਿਖਦਾ ਹੈ। ਇਹ ਪਰਤੇ ਪ੍ਰਕਾਸ਼ ਹਨ। ਜੇ ਸੂਰਜ ਦੀ ਜੋਤ ਖਿੱਚ ਲੇ, ਉਹਦੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਵੀ ਉਹ ਅੱਗੇ ਸਾਨੂੰ ਚਾਨਣ ਵੰਡ ਸਕੇ। ਚੰਦਰਮਾ ਦੀ ਜੋਤ ਖਿੱਚ ਲੇ, ਬਿਜਲੀ 'ਚ ਚਾਨਣ ਨਾ ਰਹਿਣ ਦੇਵੇ, ਫਿਰ ਜੁਗਨੂ ਆਦਿਕ, ਇਹ ਜਿਹੜੀ ਜੋਤ ਹੈ, ਇਹ ਜੋ ਚਾਨਣ ਹੈ, ਇਹ ਪਰਮੇਸ਼ਰ ਦਾ ਹੀ ਪਿੱਛੋਂ ਬਖਸ਼ਿਆ ਹੈ। ਅਤੇ ਕਹਿੰਦੇ ਵੀ ਇਹ ਚਾਨਣ ਜਿਹੜਾ ਹੈ ਪਰਮੇਸ਼ਰ ਪ੍ਰਭੂ ਤੋਂ ਹੀ ਜਾਣਿਆ ਜਾਂਦਾ, ਵੀ ਇਹ ਮਾਲਕ ਹੀ ਸਭ ਅੰਦਰ ਚਾਨਣ ਕਰ ਰਿਹਾ। ਇਹ ਜੀਵਾਂ ਅੰਦਰ ਬਲ ਰਹੀ ਜੋਤ,
ਇਹ ਚਾਨਣ ਉਸ ਮਾਲਕ ਤੋਂ ਜਾਣਿਆ ਜਾਂਦਾ ਵੀ ਉਹੀ ਕਰ ਰਿਹਾ ਹੈ। ਜਦੋਂ ਉਹ ਆਪਣੀ ਜੋਤ ਖਿੱਚ ਲਵੇ ਫਿਰ ਕਿਸੇ ਵਿੱਚ ਕੋਈ ਸ਼ਕਤੀ ਨਹੀਂ ਰਹਿ ਜਾਂਦੀ। ਇਸ ਕਰਕੇ ਇਹ ਖੱਟ ਜੋਤੀਆਂ ਦਾ ਪ੍ਰਕਾਸ਼ ਚਾਨਣ ਵੀ ਮਾਲਕ ਤੋਂ ਹੀ ਜਾਣਿਆ ਜਾਂਦਾ ਹੈ। ਜਾਂ ਜੋਤੀ ਨਾਮ ਕੀ ਹੈ? ਗਿਆਤ ਦਾ, ਜਿਹੜੀ ਬੁੱਧੀ ਵਿੱਚ ਗਿਆਤ ਆਉਣੀ, ਚੰਗੀ ਸਮਝ ਆ ਜਾਣੀ। ਜੋਤੀ ਹੂ ਪ੍ਰਭ ਜਾਪਦਾ, ਕਹਿੰਦੇ ਜੋ ਪ੍ਰਭੂ ਪਰਮੇਸ਼ਰ ਹੈ ਉਹ ਬੁੱਧੀ ਵਿੱਚ ਗਿਆਤ ਕਰਕੇ ਹੀ ਜਾਪਦਾ, ਜਾਣਿਆ ਜਾਂਦਾ ਹੈ। ਮਤ ਦੇ ਵਿੱਚ ਸ਼ੁਭ ਗਿਆਤ ਜਦੋਂ ਆ ਜਾਵੇ, ਜਦੋਂ ਜੋਤ ਸਮਝ ਆ ਜਾਵੇ, ਉਦੋਂ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ। ਬਿਨ ਸਤਿਗੁਰ ਬੂਝ ਨਾ ਪਾਏ, ਬਿਨ ਸਤਿਗੁਰ ਬੂਝ ਨਾ ਪਾਏ। ਬੂਝ ਖਿੱਚ ਕੇ ਪਾਠ ਕੱਸ ਕੇ ਕਰਨਾ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਪਰ ਇਹ ਜਿਹੜੀ ਬੂਝ ਹੈ ਨਾ, ਇਹ ਜਿਹੜੀ ਸਮਝ ਹੈ, ਇਹ ਜਿਹੜੀ ਗਿਆਤ ਹੈ ਪਰਮੇਸ਼ਰ ਨੂੰ ਜਾਣਨ ਦੀ, ਇਹ ਬਿਨਾਂ ਸਤਿਗੁਰੂ ਸਾਹਿਬ ਤੋਂ ਹੀ ਕੋਈ ਪ੍ਰਾਪਤ ਕਰ ਸਕਦਾ। ਕਿਉਂਕਿ ਦੁਨੀਆ ਵਿੱਚ ਹੋਰ ਅਕਲਾਂ ਦੇਣ ਵਾਸਤੇ ਤਾਂ ਬਹੁਤ ਕੋਰਸ ਕਰਾਏ ਜਾਂਦੇ ਹੋਣਗੇ ਵੀ ਤੈਨੂੰ ਫਲਾਨੀ ਗਿਆਤ ਕਰਾ ਦਈਏ, ਫਲਾਨਾ ਕੰਮ ਸਿਖਾ ਦਈਏ, ਫਲਾਨਾ ਕੋਰਸ ਹੋ ਜਾਵੇ, ਪਰ ਰੱਬ ਦੀ ਪ੍ਰਾਪਤੀ ਦਾ ਕੋਰਸ ਨਹੀਂ ਕੋਈ ਕਰਾ ਸਕਦਾ। ਇਹ ਤਾਂ ਗੁਰੂ ਸਾਹਿਬ ਦੇ ਕੋਲ ਆਇਆ ਹੀ ਸਮਝ ਪੈਣੀ ਹੈ। ਜਿਵੇਂ ਅੱਜ ਕੱਲ੍ਹ ਦੀ ਬੋਲੀ ਆਪਾਂ ਸੌਖੀ ਸਮਝਦੇ ਹਾਂ ਨਾ, ਵੀ ਹਰ ਕੋਈ ਗੱਲ ਇਹੀ ਕਰਦਾ ਵੀ ਫਲਾਨਾ ਕੋਰਸ ਕਰ ਲਓ, ਫਲਾਨਾ ਕਰ ਲਓ। ਕਹਿੰਦੇ ਵੀ ਜੇ ਪਰਮੇਸ਼ਰ ਦੀ ਗਿਆਤ ਪਾਉਣੀ ਹੈ ਤਾਂ ਇਹ ਕੋਰਸ ਗੁਰੂ ਸਾਹਿਬ ਨੇ ਕਰਾਉਣਾ। ਭਾਵ ਇਹ ਸਮਝ ਗੁਰਾਂ ਕੋਲੋਂ ਹੀ ਆਉਣੀ ਹੈ। ਮਹਾਰਾਜ ਨੇ, ਸਤਿਗੁਰੂ ਨੇ ਗਿਆਤ ਬਖਸ਼ਣੀ ਹੈ। ਜਿਹਨੂੰ ਸਤਿਗੁਰੂ ਗਿਆਤ ਬਖਸ਼ਦੇ ਹਨ ਉਹਨਾਂ ਨੂੰ ਹੀ ਪਰਮੇਸ਼ਰ ਸਭ ਥਾਵਾਂ ਦੇ ਵਸਦਾ ਹੋਇਆ ਜਾਪਦਾ, ਜਾਣ ਲੈਂਦੇ ਨੇ, ਵਸਦਾ ਹੋਇਆ ਉਹ ਸਮਝ ਲੈਂਦੇ ਹਨ। ਇਹ ਸਮਝ ਲਓ ਸਤਿਗੁਰਾਂ ਬਿਨਾਂ ਕਿਤੇ ਸਿੱਖਿਆ ਨਹੀਂ ਜੇ ਮਿਲਣੀ ਬ੍ਰਹਮ ਵਿਦਿਆ ਦੀ। ਜਿਨ ਕੋ ਪੂਰਬ ਲਿਖਿਆ, ਪਰ ਇਹ ਹੋਰ ਵੱਡੇ ਭਾਗਾਂ ਦੀ ਨਿਸ਼ਾਨੀ ਇਹ ਹੋਣੀ ਚਾਹੀਦੀ ਹੈ ਵੀ ਜਿਨ ਕੋ ਪੂਰਬ ਲਿਖਿਆ। ਕਹਿੰਦੇ ਜਿਨ੍ਹਾਂ ਦੇ ਪੂਰਬ ਪਹਿਲਾਂ ਹੀ ਲੇਖ ਲਿਖੇ ਨੇ ਨਾ, ਪੂਰਬਲੇ ਚੰਗੇ ਲੇਖ ਹਨ। ਜਿਵੇਂ ਕਈ ਵੱਡੇ ਵੱਡੇ ਸਕੂਲ ਹੁੰਦੇ ਨੇ, ਉਹਨਾਂ ਸਕੂਲਾਂ 'ਚ ਦਾਖਲਾ ਵੀ ਜਿਹੜੇ ਪਹਿਲੇ ਸਰਟੀਫਿਕੇਟ 'ਤੇ ਕਿਤੇ ਨੰਬਰ ਲਿਖੇ ਆ ਉਹ ਵੇਖ ਕੇ ਕਰਦੇ, ਇਹਨੇ ਨੰਬਰ ਕਿੰਨੇ ਲਏ ਆ। ਕਈ ਤਾਂ ਇੰਨੇ ਹਾਈ ਕਲਾਸ ਰੱਖਦੇ ਆ, ਉਹ ਕਹਿੰਦੇ ਵੀ 80 ਤੋਂ ਥੱਲੇ ਵਾਲੇ ਨੂੰ ਅਸੀਂ ਰੱਖਣਾ ਹੀ ਨਹੀਂ ਹੈ। ਜਿਹੜਾ ਕੋਈ 80 ਤੋਂ ਉੱਤੇ ਲੈ ਗਿਆ ਤੋਂ 90 ਤੋਂ ਉੱਤੇ ਉਹੀ ਰੱਖਾਂਗੇ, ਉਹ ਰੱਖਦੇ ਨਹੀਂ। ਉਹ ਵੇਖਦੇ ਵੀ ਇਹਦੀ ਪਹਿਲਾਂ ਪੜ੍ਹਾਈ ਕਿੰਨੀ ਹੈ। ਟੈਸਟ ਇਸੇ ਕਰਕੇ ਹੁੰਦਾ ਨਾ, ਕਹਿੰਦੇ ਟੈਸਟ ਲਵਾਂਗੇ ਪਹਿਲਾਂ ਫੇਰ ਰੱਖਾਂਗੇ। ਉਹ ਟੈਸਟ ਲੈਂਦੇ ਨੇ, ਹਰ ਤਰ੍ਹਾਂ ਦੀ ਜਾਣਕਾਰੀ, ਸਵਾਲ ਜਵਾਬ ਕਰਦੇ, ਫਿਰ ਕਹਿੰਦੇ ਹਾਂ ਠੀਕ ਹੈ ਹੁਣ ਤੈਨੂੰ ਰੱਖ ਲਾਂਗੇ ਆਪਣੇ ਸਕੂਲ 'ਚ। ਇਸੇ ਤਰ੍ਹਾਂ ਜਿਨ੍ਹਾਂ ਦੇ ਪੂਰਬਲੇ ਭਾਗ ਚੰਗੇ ਨੇ, ਪਹਿਲਾਂ ਧੁਰੋਂ ਹੀ ਪਿਛਲੇ ਕੋਈ ਚੰਗੇ ਕਰਮ ਕਰਦਿਆਂ ਲੇਖ ਉਘੜ ਆਏ, ਉਹ ਚੰਗੇ ਕਰਮ ਇਕੱਠੇ ਹੋ ਕਰਕੇ ਅੱਗੇ ਆ ਗਏ ਹਨ। ਸਤਿਗੁਰ ਭੇਟਿਆ ਤਿਨ ਆਏ, ਉਹਨਾਂ ਨੂੰ ਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆ ਕੇ ਮਿਲੇ ਨੇ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਦਾਖਲਾ ਮਿਲਿਆ। ਉਹਨਾਂ ਨੂੰ ਹੀ ਮਹਾਰਾਜ ਦੇ ਸਿੱਖੀ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਕਹਿੰਦੇ ਹੁਣ ਆ ਸਕਦਾ ਹੈ ਤੂੰ, ਕਿਉਂ ਤੇਰੇ ਪਹਿਲੇ ਭਾਗ ਚੰਗੇ ਆ। ਭਾਗ ਬਣਦੇ ਨੇ ਕਰਮਾਂ ਤੋਂ, ਕਰਮ ਚੰਗੇ ਸਨ ਤਾਂ ਭਾਗ ਚੰਗੇ ਬਣਨਗੇ। ਕਰਮ ਜਿਹੋ ਜਿਹੇ ਕਰਾਂਗੇ, ਪਾਪ ਕਰਮ ਕਰੋ, ਪੁੰਨ ਕਰੋ, ਨਾਮ ਜਪੋ, ਕਿਸੇ ਨਾਲ ਲੜਾਈ ਕਰੋ, ਨਿੰਦਾ ਕਰੋ, ਅਭਿਆਸ ਕਰੋ। ਇਹ ਤਾਂ ਹੁਣ ਮਹਾਰਾਜ ਨੇ ਸੁਤੰਤਰਤਾ ਇੰਨੀ ਕੁ ਤਾਂ ਦਿੱਤੀ ਹੈ। ਉਹ ਜੀਵ ਦੇ ਵੱਸ ਕੁਝ ਨਹੀਂ ਹੈ। ਪਰ ਜਿਵੇਂ ਮੱਛੀ ਹੈ ਨਾ, ਮੱਛੀ ਉਹ ਦਰਿਆ ਤੋਂ ਬਾਹਰ ਤਾਂ ਨਹੀਂ ਜਾ ਸਕਦੀ, ਜੇ ਜਾਊਗੀ ਤਾਂ ਉਹ ਹੀ ਮਰ ਜਾਂਦੀ ਹੈ। ਪਰ ਦਰਿਆ ਦੇ ਪਾਣੀ 'ਚ ਤੈਰੀਆਂ ਉਹ ਲਾ ਸਕਦੀ ਹੈ ਜਿੰਨੀਆਂ ਮਰਜ਼ੀ, ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ, ਅਤੇ ਜਿੰਨਾ ਡੂੰਘਾ ਜਾਵੇ ਉਹਨਾਂ ਹੋਰ ਆਨੰਦ। ਇਸੇ ਤਰ੍ਹਾਂ ਜੀਵ ਮਾਲਕ ਦੇ ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਕਰ ਸਕਦਾ। ਪਰ ਇੰਨਾ ਹੈ ਵੀ ਇਹਨੂੰ ਕਰਮ ਕਰਨ ਦੀ ਮਹਾਰਾਜ ਨੇ ਛੂਟ ਦਿੱਤੀ ਹੈ ਵੀ ਵੇਖਦੇ ਆ ਤੂੰ ਕੀ ਕਰਦਾ। ਕਹਿੰਦੇ ਕਰ ਲਾ ਤੂੰ ਆਪੇ ਕਰ, ਤੂੰ ਆਪਣੀ ਮਰਜ਼ੀ ਕਰ, ਜੋ ਕਰੇਗਾ ਭਾਗ ਉਹੀ ਬਣਨਗੇ, ਜੋ ਭਾਗ ਹੋਣਗੇ ਉਹੀ ਲਿਖਤ ਬਣੇਗੀ। ਜਿਹੜੀ ਲਿਖਤ ਹੋਵੇਗੀ ਉਹਦੇ ਮੁਤਾਬਕ ਹੀ ਫਿਰ ਦੁੱਖ ਵੀ ਅਤੇ ਸੁੱਖ ਵੀ ਮਿਲੇਗਾ। ਜਿਨ੍ਹਾਂ ਫਿਰ ਨੇਕ ਕਰਮ ਕੀਤੇ ਉਹਨਾਂ ਦੇ ਚੰਗੇ ਭਾਗ ਬਣ ਗਏ। ਜਿਨ੍ਹਾਂ ਦੇ ਚੰਗੇ ਭਾਗ ਬਣ ਗਏ ਉਹ ਭਾਗਾਂ ਦੀ ਫਿਰ ਅੱਗੇ ਲਿਖਤ ਬਣ ਗਈ। ਅਤੇ ਜਿਨ੍ਹਾਂ ਦੇ ਪੂਰਬ ਮੱਥੇ 'ਤੇ ਲਿਖਿਆ ਗਿਆ ਵੀ ਇਹ ਚੰਗੇ ਕਰਮ ਕਰਦਾ ਰਿਹਾ ਹੈ, ਇਹਦੇ ਭਾਗ ਚੰਗੇ ਨੇ, ਉਹਨਾਂ ਨੂੰ ਸਤਿਗੁਰੂ ਸਾਹਿਬ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਮਹਾਰਾਜ ਆਪ ਆ ਕੇ ਉਹਨਾਂ ਨੂੰ ਫਿਰ ਮਿਲਦੇ ਨੇ। ਜਿਵੇਂ ਜਗਤ ਗੁਰੂ ਨਾਨਕ ਸਾਹਿਬ ਜਗਤ ਦੀ ਕਲਿਆਣ ਕਰਨ ਦੇ ਲਈ ਕੁੱਲ ਦੁਨੀਆ ਦੇ ਕੋਨਿਆਂ ਵਿੱਚ ਜਾ ਜਾ ਕੇ ਮਿਲਦੇ ਰਹੇ ਸਿੱਖਾਂ ਦੇ ਤਾਈਂ। ਵਿਣ ਲਾਵੈ ਸਭ ਡੂਮਣੀ, ਵਿਣ ਲਾਵੈ ਸਭ ਡੂਮਣੀ। ਵਾਹਿਗੁਰੂ ਦਾ ਨਾਮ ਜਪਣਾ ਜ਼ਰੂਰੀ ਕਿਉਂ ਹੈ? ਪਾਤਸ਼ਾਹ ਕਹਿੰਦੇ ਇਸ ਕਰਕੇ ਵੀ ਜੇ ਨਾਮ ਨਹੀਂ ਨਾ ਜਪਾਂਗੇ ਤਾਂ ਨਾਮ ਜਪੇ ਤੋਂ ਬਗੈਰ ਸਭ ਸਾਰੀ ਸ੍ਰਿਸ਼ਟੀ ਡੁੰਮਣੀ ਦੁਖੀ ਹੋਈ ਰਹਿੰਦੀ ਹੈ। ਕਿਉਂਕਿ ਸੁੱਖ ਨਾ ਨਾਮ ਬਿਨ ਕਦੀ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਨਾਮ ਨਾ ਜਪੇ ਤੇ ਆਖੇ ਵੀ ਮੈਂ ਸੁਖੀ ਬਹੁਤ ਹਾਂ। ਲੋਕ ਰੋਂਦੇ ਹੀ ਨੇ ਅੰਦਰੋਂ, ਬਸ ਦੁਖੀ ਹੋਈ ਹਨ। ਵਿਖਾਵਾ ਜਿਹਾ ਜਿੰਨਾ ਮਰਜ਼ੀ ਕੋਈ ਕਰੀ ਜਾਵੇ, ਜਿੰਨਾ ਮਰਜ਼ੀ ਲਿੰਬ ਪੋਚ ਕੇ ਰਹੇ, ਬੜੇ ਦੁਖੀ ਤੋਂ ਦੁਖੀ ਬੈਠੇ ਹਨ। ਕਾਰਨ ਨਾਮ ਨਹੀਂ ਜਪਦੇ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਿਣ ਨਾਵੈ ਸਭ ਡੁੰਮਣੀ। ਸਾਰੀ ਦੁਨੀਆ ਦੁਖੀ ਹੀ ਰਹਿੰਦੀ ਹੈ। ਜਾਂ ਡੁੰਮਣੀ ਨਾਮ ਹੈ ਦੋ ਮਣੀ ਦੋ ਮਨੀ, ਦੋ ਮਨ ਬਣਨੇ ਭਾਵ ਦੁਚਿੱਤਾਪਨ। ਸਾਰੀ ਦੁਨੀਆ ਨਾਮ ਤੋਂ ਬਗੈਰ ਦੁਚਿੱਤੇਪਨ ਦੇ ਵਿੱਚ ਹੀ ਹੈ। ਤੇ ਇਹ ਗੱਲ ਤਾਂ ਕੋਈ ਦੁਨੀਆ ਦਾ ਕੰਮ ਵੀ ਕਰਨਾ ਹੋਵੇ ਤੇ ਸਿਆਣੇ ਕਹਿ ਦਿੰਦੇ ਨੇ ਨਾ, ਜੇ ਕੋਈ ਬੰਦਾ ਕਦੀ ਆਖੇ ਮੈਂ ਆਹ ਕਰਨਾ, ਕਦੀ ਆਖੇ ਆਹ ਕਰਨਾ, ਤੇ ਉਹ ਕਹਿੰਦੇ ਦੋ ਬੇੜੀਆਂ 'ਚ ਪੈਰ ਰੱਖਿਆਂ ਪਾਰ ਨਹੀਂ ਹੋਇਆ ਜਾਂਦਾ। ਇੱਕ 'ਚ ਸਵਾਰ ਹੋਏਗਾ ਫੇਰ ਪਾਰ ਹੋਏਗਾ। ਇਸੇ ਤਰ੍ਹਾਂ ਦੋ ਚਿੱਤਾ ਜਿੰਨਾ ਚਿਰ ਅੰਦਰ ਰਿਹਾ, ਜਿੰਨਾ ਚਿਰ ਅੰਦਰ ਇਹ ਮਨ ਵਿੱਚ ਦੁਬਿਧਾ ਦੇ ਖਿਆਲ ਰਹੇ, ਉਹਨਾਂ ਚਿਰ ਜੀਵ ਦੁਖੀ ਹੀ ਰਹਿੰਦਾ ਹੈ, ਤੰਗ ਹੀ ਰਹਿੰਦਾ ਹੈ ਨਾਮ ਨਹੀਂ ਜਪਣ ਕਰਕੇ। ਦੂਜੇ ਪਾਏ ਖੁਆਏ, ਤੇ ਜਦੋਂ ਦੋ ਮਣਾ ਹੋ ਗਿਆ ਖਿਆਲ, ਫਿਰ ਕੀ ਹੁੰਦਾ ਵੀ ਉਹ ਰੱਬ ਵੱਲੋਂ ਖਿਆਲ ਹਟ ਕੇ ਤੇ ਦੂਜੇ ਭਾਏ ਦੂਜੇ ਪਾਸੇ ਪਰਮੇਸ਼ਰ ਵੱਲੋਂ ਪ੍ਰੇਮ ਹਟ ਗਿਆ। ਫਿਰ ਉਹ ਦੁਚਿੱਤੇਪਨ ਕਰਕੇ ਵਾਹਿਗੁਰੂ ਵੱਲੋਂ ਬਿਰਤੀ ਟੁੱਟ ਗਈ। ਦੂਜੇ ਭਾਏ ਦੂਜਾ ਭਾਵ ਆ ਗਿਆ। ਪਦਾਰਥ ਵੀ ਚੰਗੇ ਲੱਗਦੇ ਆ, ਸਰੀਰ ਚੰਗੇ ਲੱਗਣ ਲੱਗ ਪਏ, ਸਰੀਰਾਂ ਦਾ ਮੋਹ ਚੰਗਾ ਲੱਗਣ ਲੱਗ ਪਿਆ। ਤੇਰੇ ਲਈ ਤਾਂ ਕਹਿੰਦਾ ਮੈਂ ਸਰੀਰ ਵਾਰ ਦੂੰ, ਜਿੰਦ ਵਾਰ ਦੂੰ। ਵਾਹਿਗੁਰੂ ਭੁੱਲ ਗਿਆ ਜਿਹਨੇ ਸਰੀਰ ਦਿੱਤਾ ਸੀ, ਮਾਲਕ ਭੁੱਲ ਗਿਆ ਜਿਹਨੇ ਸਵਾਹ ਦਿੱਤੇ ਸਨ। ਦੂਜੇ ਪਾਸੇ ਹੋ ਗਿਆ ਖਿਆਲ। ਇੱਧਰ ਪਦਾਰਥਾਂ 'ਚ ਖਾਣ ਵਿੱਚ, ਇੱਧਰ ਵੀ ਆਹ ਵੀ ਖਾਣ ਨੂੰ ਮਿਲ ਜੇ, ਆਹ ਵੀ ਖਾਣ ਨੂੰ ਮਿਲ ਜੇ, ਭਾਵੇਂ ਉਹ ਜੀਵ ਮਾਰ ਕੇ ਖਾਣੇ ਪੈਣ। ਜ਼ੁਬਾਨ ਦਾ ਰਸ ਪੂਰਾ ਕਰਨਾ ਜਿਵੇਂ ਮਰਜ਼ੀ ਕਰਨਾ ਪਵੇ। ਪਾਤਸ਼ਾਹ ਕਹਿੰਦੇ ਵੀ ਫਿਰ ਦੂਜੇ ਪਾਸੇ ਪਿਆਰ ਲੱਗਣ ਕਰਕੇ ਇਹ ਜਿਹੜਾ ਜੀਵ ਹੈ ਇਹ ਖਰਾਬ ਹੀ ਹੁੰਦਾ। ਇਹ ਖੁਆਏ ਕੀ ਹੁੰਦਾ? ਖੱਜਲ ਖੁਆਰ ਹੁੰਦੇ ਨੇ। ਫਿਰ ਧੱਕੇ ਖਾਂਦੇ ਆ। ਜਿਵੇਂ ਕਈ ਆ ਕੇ ਘਰੇ ਕਹਿਣ ਨਾ, ਸ਼ਹਿਰ ਗਏ ਹੋਣ, ਦੂਜੇ ਪਾਸੇ ਗਏ ਹੋਣ, ਤੇ ਉੱਥੇ ਕੋਈ ਮੁਸ਼ਕਲ ਹੋਵੇ, ਕਹਿੰਦੇ ਅੱਜ ਤਾਂ ਬਹੁਤ ਹੀ ਖੱਜਲ ਹੋਏ, ਬੜੇ ਧੱਕੇ ਧੁੱਕੇ ਖਾ ਕੇ ਆ ਗਏ ਆ। ਇਵੇਂ ਸਾਧ ਸੰਗਤ ਸਮਝ ਲਓ ਵੀ ਇੱਦਾਂ ਧੱਕੇ ਧੁੱਕੇ ਖਾਣੇ ਪੈਂਦੇ ਫਿਰ ਜਦੋਂ ਦੂਜੇ ਪਾਸੇ ਖਿਆਲ ਹੋਵੇ। ਜਾਂ ਖੁਆਏ ਨਾਮ ਭੁਲਾਉਣ ਦਾ ਵੀ ਦੂਜੇ ਭਾਵ ਨੇ ਉਹਨਾਂ ਨੂੰ ਭੁਲਾ ਹੀ ਦਿੱਤਾ, ਉਹਨਾਂ ਨੂੰ ਸਭ ਕੁਝ ਭੁੱਲ ਗਿਆ। ਵਾਹਿਗੁਰੂ ਪਰਮੇਸ਼ਰ ਨਾਲ ਕੀਤਾ ਵਾਅਦਾ ਭੁੱਲ ਗਿਆ ਵੀ ਕਿਹਾ ਸੀ ਵੀ ਗਰਭ ਦੇ ਵਿੱਚ ਸਿਮਰਨ ਕਰਦੇ ਆ ਵੀ ਮਹਾਰਾਜ ਸਿਮਰਨ ਕਰਾਂਗਾ, ਉਹ ਭੁੱਲ ਗਿਆ। ਦਸਵੰਧ ਕੱਢਾਂਗਾ, ਪਰਉਪਕਾਰ ਲਈ ਜੀਵਨ ਲੇਖੇ ਲਾਉਂਗਾ, ਸਭ ਕੁਝ ਭੁੱਲਣ ਕਰਕੇ ਖਰਾਬ ਹੁੰਦੇ ਨੇ। ਤਿਸ ਬਿਨ ਘੜੀ ਨਾ ਜੀਵਨ ਦੀ, ਤਿਸ ਬਿਨ ਘੜੀ ਨਾ ਜੀਵ ਦੀ ਬਿੰਦੀ ਤੋਂ ਰਹਿ ਦੀ ਪਾਠ ਕਰਨਾ। ਸਤਿਗੁਰੂ ਸਾਹਿਬ ਕਹਿੰਦੇ ਤਿਸ ਵਾਹਿਗੁਰੂ ਤੋਂ ਬਗੈਰ ਇਹਨਾਂ ਜੀਵਾਂ ਦੀ ਜਿਹੜੀ ਜਿੰਦ ਹੈ ਉਹ ਘੜੀ ਵੀ ਨਹੀਂ ਜਿਉਂਦੀ ਰਹਿ ਸਕਦੀ। ਇੱਕ ਘੜੀ ਦਾ ਸਮਾਂ ਵੀ, ਘੜੀ ਤਾਂ ਬੜੀ ਮਹਾਰਾਜ ਨੇ ਸਮਝਾਉਣ ਲਈ ਵੱਡੀ ਗੱਲ ਕਹੀ। ਕਈ ਤਰ੍ਹਾਂ ਸਾਹਿਬ ਨੇ ਤਾਂ ਛਿਣ ਵੀ ਕਿਹਾ ਵੀ ਇੱਕ ਛਿਣ ਵੀ ਜਿੰਦ ਨਹੀਂ ਜਿਉਂਦੀ ਰਹਿ ਸਕਦੀ। ਜਾਂ ਤਿਸ ਬਿਨ ਘੜੀ ਨਾ ਜੀਵਦੀ, ਤਿਸ ਮਾਲਕ ਦੇ ਸਿਮਰਨ ਕੀਤੇ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਜਿਹੜੀ ਜੀਵ ਹਨ ਇਹਨਾਂ ਦੀ ਜ਼ਿੰਦਗੀ ਰੂਪੀ ਰਾਤ ਸੁੱਖਾਂ ਦੇ ਨਾਲ ਨਹੀਂ ਬਤੀਤ ਹੁੰਦੀ। ਇਹਨਾਂ ਨੂੰ ਜੀਵਨ ਵਿੱਚ ਸੁੱਖ ਨਹੀਂ ਮਿਲਦਾ ਆਤਮਾ ਦਾ। ਦੁਖੀ ਰਹਿਣ ਵਿਹਾਏ, ਦੁਖੀ ਰਹਿਣ ਵਿਹਾਏ, ਦੁਖੀ ਅਦਕ ਨਹੀਂ ਲਾਉਣਾ, ਦੁਖੀ ਰਹਿਣ ਵਿਹਾਏ, ਦੁਖੀ ਦੁੱਖਾਂ ਦੇ ਵਿੱਚ ਹੀ। ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਦੀ ਉਮਰ ਰੂਪੀ, ਜ਼ਿੰਦਗੀ ਰੂਪੀ, ਅਵਸਥਾ ਰੂਪੀ ਰਾਤ ਲੰਘ ਜਾਂਦੀ। ਇੱਥੇ ਦਿਨ ਤੇ ਰਾਤ ਦਾ ਮਹਾਰਾਜ ਸਾਹਿਬ ਨੇ ਪ੍ਰਕਰਨ ਲਿਆ ਹੈ ਵੀ ਜਿਵੇਂ ਦਿਨ ਦਾ ਸਮਾਂ ਹੋਵੇ ਤੇ ਦਿਨੇ ਬੰਦੇ ਨੂੰ ਕੋਈ ਨਾ ਕੋਈ ਮੁਸ਼ਕਲ ਬਣੀ ਹੋਵੇ, ਦਿਨੇ ਕੋਈ ਕੰਮ ਨਾ ਕੀਤਾ ਗਿਆ ਹੋਵੇ ਤੇ ਰਾਤ ਨੂੰ ਵੀ ਫਿਰ ਚਿੰਤਾ 'ਚ ਰਹਿੰਦਾ ਵੀ ਅੱਜ ਤਾਂ ਕੰਮ ਨਹੀਂ ਬਣਿਆ, ਅੱਜ ਤਾਂ ਕੋਈ ਸਾਰਾ ਦਿਨ ਸੁੱਖ ਨਹੀਂ ਮਿਲਿਆ। ਉਹ ਦਿਨੇ ਸੁੱਖ ਨਾ ਮਿਲਣ ਕਰਕੇ ਫਿਰ ਰਾਤ ਵੀ ਦੁਖੀ ਰਹਿੰਦਾ। ਇਸੇ ਤਰ੍ਹਾਂ ਹੀ ਇਹ ਮਹਾਰਾਜ ਨੇ ਕਿਹਾ ਵੀ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹਨਾਂ ਨੂੰ ਨਾ ਦਿਨ ਦੇ ਵਿੱਚ ਸੁੱਖ ਹੈ ਨਾ ਰਾਤ ਨੂੰ ਚੈਨ ਹੈ। ਉਹ ਸਾਰੀ ਉਮਰ ਹੀ ਦੁਖੀ ਰਹਿੰਦੇ ਹਨ, ਸਾਰੀ ਉਮਰ ਹੀ ਹਾਏ ਪੋਰਿਆ ਕਰਦੇ।
ਇੱਦਾਂ ਹੀ ਸੰਸਾਰ ਤੋਂ ਫਿਰ ਕੂਚ ਕਰ ਜਾਂਦੇ ਹਨ ਵਾਹਿਗੁਰੂ ਤੋਂ ਬਗੈਰ, ਨਾਮ ਜਪੇ ਤੋਂ ਬਗੈਰ ਹੋਣ ਕਰਕੇ। ਪਰਮ ਭੁਲਾਣਾ ਅੰਧਲਾ, ਭਰਮ ਭੁਲਾਣਾ ਅੰਧੁਲਾ, ਤੱਦੇ ਨੂੰ ਔਂਕੜ ਚੰਗੀ ਤਰ੍ਹਾਂ ਬੋਲਣਾ। ਜਦੋਂ ਸਾਧ ਸੰਗਤ ਆਪਾਂ ਇਹ ਸਹਿਜ ਪਾਠ ਲਈ ਦੱਸ ਰਹੇ ਹਾਂ, ਇਹ ਨਾ ਕੋਈ ਸਮਝੇ ਵੀ ਭਾਈ ਸਾਹਿਬ ਨੂੰ ਨਹੀਂ, ਇਹ ਸਹਿਜ ਪਾਠ ਜਿਹੜੀ ਸੰਗਤ ਕਰਦੀ ਉਹਨਾਂ ਵਾਸਤੇ ਵੀ ਭਰਮ ਭੁਲਾਣਾ ਅੰਧੁਲਾ, ਤੱਦੇ ਨੂੰ ਔਂਕੜ ਖਿੱਚ ਕੇ ਬੋਲਣਾ। ਕਿਉਂਕਿ ਪਾਠ ਦਾ ਉਚਾਰਨ ਸ਼ੁੱਧ ਹੋਵੇ ਫਿਰ ਉਹ ਸੌਖਾ ਅਰਥ ਵੀ ਸਮਝ ਆਉਂਦਾ ਏ ਵੀ ਜਿਹੜਾ ਇਹ ਜੀਵ ਹੈ ਇਹਨੂੰ ਭਰਮ ਨੇ ਭੁਲਾਣਾ ਭੁਲਾ ਲਿਆ ਹੈ। ਭਰਮ ਇਹਨੂੰ ਕੀ ਪੈ ਗਿਆ? ਭਰਮ ਇਹ ਪੈ ਗਿਆ ਵੀ ਆਹ ਵਿਸ਼ੇ ਭੋਗਣੇ ਇਹੀ ਸਭ ਕੁਝ ਹੈ। ਭਰਮ ਇਹ ਪੈ ਗਿਆ ਆ ਸਭ ਕੁਝ ਕਹਿੰਦੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਹ ਭਰਮ ਪੈ ਗਿਆ ਵੀ ਅਗਲਾ ਕਿਨੇ ਵੇਖਿਆ। ਲੋਕ ਕਹਿੰਦੇ ਅੱਗਾ ਕਿਨੇ ਵੇਖਿਆ, ਸਭ ਕੁਝ ਇੱਥੇ ਹੀ ਹੈ, ਭੋਗ ਲਓ ਖਾ ਲਓ, ਜ਼ਿੰਦਗੀ ਐਸ਼ ਨਾ ਕਹਿੰਦੇ ਗੁਜ਼ਾਰ ਲਓ। ਇਹ ਭਰਮ ਦੇ ਵਿੱਚ ਪੈ ਗਿਆ। ਭਰਮ ਪੈ ਗਿਆ ਵੀ ਵਿਸ਼ੇ ਭੋਗਣ ਦਾ ਸੁੱਖ ਹੈ। ਭਰਮ ਪੈ ਗਿਆ ਵੀ ਆ ਕਿਸੇ ਦੀ ਚੁਗਲੀ ਨਿੰਦਾ ਕਰਨੀ, ਇਹਦੇ ਨਾਲ ਲਿਖਣੀ ਆਪਣਾ ਫਾਇਦਾ ਹੁੰਦਾ। ਇਹ ਭਰਮ ਪੈ ਗਿਆ। ਭਰਮ ਦੇ ਵਿੱਚ ਜਿਹੜਾ ਭੁਲਾਣਾ ਭੁੱਲਿਆ ਹੋਇਆ ਜੀਵ ਹੈ ਇਹ ਅੰਧਲਾ ਅੰਨਾ ਹੋ ਗਿਆ। ਕਹਿੰਦੇ ਅੱਖਾਂ ਹੈਗੀਆਂ ਨੇ ਪਰ ਅੱਖਾਂ ਦੇ ਹੁੰਦਿਆਂ ਵੀ ਅੰਨਾ ਅਗਿਆਨੀ ਹੋ ਰਿਹਾ, ਬੇਸਮਝ ਹੋ ਰਿਹਾ ਹੈ। ਜਾਂ ਦੂਜੇ ਭਾਵ ਵਿੱਚ ਕਹਿੰਦੇ ਨੇ ਜਿਹੜਾ ਅੰਧਲਾ ਅਗਿਆਨੀ ਜੀਵ ਹੈ ਨਾ, ਇਹ ਭਰਮ ਕਰਕੇ ਭੁੱਲਣ ਵਿੱਚ ਆ ਰਿਹਾ ਹੈ। ਜਿਵੇਂ ਆਪਾਂ ਰਾਹ ਹੀ ਭੁੱਲ ਜਾਈਏ, ਜਿੱਥੇ ਜਾਣਾ ਹੋਵੇ, ਜਿਹੜੇ ਸ਼ਹਿਰ ਜਾਣਾ ਹੋਵੇ, ਰਾਹ ਭੁੱਲ ਜਾਈਏ ਤੇ ਕਿਵੇਂ ਪਹੁੰਚਾਂਗੇ? ਨਹੀਂ ਨਾ ਪਹੁੰਚ ਸਕਦੇ। ਐਵੇਂ ਹੀ ਜਦੋਂ ਆਪਾਂ ਭਰਮ ਕਰਕੇ ਮੰਜ਼ਿਲ ਤੋਂ ਹੀ ਥਿੜਕ ਗਏ, ਜਦੋਂ ਗੁਰੂ ਦੀ ਸੰਗਤ ਵੱਲੋਂ ਹੀ ਬੇਮੁਖ ਹੋ ਗਏ ਅਗਿਆਨਤਾ ਦੇ ਹਨੇਰੇ ਕਰਕੇ, ਫਿਰ ਵਾਹਿਗੁਰੂ ਦੇ ਦਰ ਤੀਕਰ ਮੰਜ਼ਿਲ ਤੀਕਰ ਪਹੁੰਚ ਹੀ ਨਹੀਂ ਸਕਦੇ। ਫਿਰ ਆਵੇ ਜਾਏ, ਫਿਰ ਆਵੇ ਜਾਏ। ਆ ਵੇਖਿਆ ਨਾ ਕੋਈ ਰਾਹ ਭੁੱਲ ਜੇ, ਉਹ ਕਦੀ ਵਿਚਾਰਾ ਇੱਧਰ ਨੂੰ ਜਾਂਦਾ, ਕਦੀ ਉੱਧਰ ਨੂੰ, ਪਰੇਸ਼ਾਨ ਹੋ ਜਾਂਦਾ, ਕਦੀ ਕਿਸੇ ਨੂੰ ਪੁੱਛਦਾ, ਕਦੀ ਕਿਸੇ ਨੂੰ। ਦੱਸਣ ਵਾਲੇ ਵੀ ਉਹੋ ਜਿਹੇ ਹੁੰਦੇ ਆ, ਕੋਈ ਕਿਸੇ ਪਾਸੇ ਪਾ ਦਿੰਦਾ, ਕੋਈ ਕਿਸੇ ਪਾਸੇ ਪਾ ਦਿੰਦਾ ਹੈ। ਅਤੇ ਉਹ ਫਿਰ ਮੁੜ ਕੇ ਧੱਕੇ ਖਾ ਕੇ ਇੱਧਰ ਉੱਧਰ ਆਉਂਦਾ ਜਾਂਦਾ। ਐਵੇਂ ਜਿਹੜਾ ਜੀਵ ਭਰਮ ਕਰਕੇ ਅਗਿਆਨਤਾ 'ਚ ਭੁੱਲ ਗਿਆ ਹੈ, ਉਹ ਫਿਰ ਮੁੜ ਕੇ ਜੰਮਣ ਮਰਨ ਦੇ ਵਿੱਚ ਕਦੀ ਕਿਸੇ ਜੂਨ 'ਚ, ਕਦੀ ਕਿਸੇ 'ਚ, ਕਦੀ ਗੰਦਗੀ ਖਾਣ ਵਾਲਾ ਕੀੜਾ ਬਣ ਗਿਆ, ਕਦੀ ਖੋਤਾ ਬਣ ਗਿਆ, ਕਦੀ ਕੁਝ ਬਣ ਗਿਆ, ਕਦੀ ਢਿੱਡ ਘਸਾ ਕੇ ਤੁਰਨ ਵਾਲੀਆਂ ਜੂਨਾਂ 'ਚ ਆ ਗਿਆ। ਇਸ ਪ੍ਰਕਾਰ ਦੇ ਨਾਲ ਫਿਰ ਮੁੜ ਕੇ ਆਉਂਦਾ ਜਾਂਦਾ, ਜੰਮਦਾ ਮਰਦਾ, ਧੱਕੇ ਖਾਂਦਾ ਏ। ਨਦਰ ਕਰੇ ਪ੍ਰਭ ਆਪਣੀ, ਮਹਾਰਾਜ ਫਿਰ ਇਹ ਭੁੱਲੇ ਹੋਏ ਇਹ ਬਖਸ਼ੇ ਨਹੀਂ ਜਾ ਸਕਦੇ। ਕਹਿੰਦੇ ਬਖਸ਼ੇ ਤਾਂ ਜਾ ਸਕਦੇ ਆ, ਨਦਰ ਕਰੇ ਪ੍ਰਭ ਆਪਣੀ। ਜੇ ਮਾਲਕ ਵਾਹਿਗੁਰੂ ਆਪ ਆਪਣੀ ਕਿਰਪਾ ਦ੍ਰਿਸ਼ਟੀ ਜੀਵਾਂ ਦੇ ਉੱਤੇ ਕਰ ਦਵੇ, ਆਪੇ ਲਏ ਮਿਲਾਏ, ਫਿਰ ਆਪ ਹੀ ਉਹ ਭੁੱਲਿਆ ਹੋਇਆਂ ਨੂੰ ਗੁਰਾਂ ਦੇ ਰਾਹੀਂ ਰਾਹ ਦੱਸ ਦਿੰਦਾ ਵੀ ਕਿੱਧਰ ਫਿਰਦਾ। ਮਹਾਰਾਜ ਇਹੀ ਸਮਝਿਆ ਸੀ ਮੈਂ ਤਾਂ ਵੀ ਇਹੀ ਠੀਕ ਰਾਹ ਆ। ਕਹਿੰਦੇ ਨਹੀਂ, ਇਹ ਨਹੀਂ ਠੀਕ ਰਾਹ, ਆਹ ਸਿੱਧਾ ਰਾਹ ਹੀ, ਆਹ ਰਸਤਾ ਠੀਕ ਹੀ। ਕਿਹੜਾ? ਕਹਿੰਦੇ ਸੰਗਤ ਵਿੱਚ ਮਿਲ ਕੇ ਕਿਹਾ ਕਰ ਵਾਹਿਗੁਰੂ 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 ਇਹ ਸਿੱਧਾ ਰਾਹ ਹੈ। ਫਿਰ ਮਹਾਰਾਜ ਕਿਰਪਾ ਕਰਕੇ ਸਿੱਧੇ ਰਾਹ ਦੇ ਪਾ ਦਿੰਦੇ ਨੇ ਵੀ ਆਹ ਛੱਡ ਦੇ ਨਿੰਦਾ ਚੁਗਲੀ, ਸੱਜੇ ਖੱਬੇ ਜਾਣ ਦੀ ਨਹੀਂ ਆਈ ਹੈ ਤੇ ਨਾਮ ਜਪ। ਇਹ ਸਿੱਧਾ ਰਾਹ ਹੈ। ਇਹਦਾ ਨਜ਼ਰ ਕਰਕੇ ਗੁਰਾਂ ਦੇ ਰਾਹੀਂ ਫਿਰ ਵਾਹਿਗੁਰੂ ਜੀ ਆਪਣੇ ਨਾਲ ਮਿਲਾਏ ਮੇਲ ਲੈਂਦੇ ਹਨ। ਸਭ ਕਿਛ ਸੁਣਦਾ ਵੇਖਦਾ, ਤੀਸਰੇ ਪਾਤਸ਼ਾਹ ਸਾਨੂੰ ਇੱਕ ਵਾਰ ਫਿਰ ਹਲੂਣਾ ਦੇ ਕੇ ਸੁਚੇਤ ਕਰਦੇ ਆ। ਕਹਿੰਦੇ ਭੁੱਲ ਨਾ ਜਾਈ,
ਵੀ ਕਿਹੜਾ ਕਿਸੇ ਨੂੰ ਪਤਾ ਲੱਗਦਾ, ਕਿਹੜਾ ਕੋਈ ਸੁਣ ਲਿਆ ਮੇਰੀ ਗੱਲ। ਮੈਂ ਤਾਂ ਓਲੇ ਹੋ ਕੇ ਗੱਲ ਕਰ ਰਿਹਾ, ਮੈਂ ਤਾਂ ਓਲੇ ਹੋ ਕੇ ਹੀ ਆ ਕੰਮ ਕਰੂੰਗਾ, ਪਰਦੇ 'ਚ ਹੀ ਕਰੂੰਗਾ, ਅੰਦਰ ਹੀ ਕਰੂੰਗਾ। ਕਹਿੰਦੇ ਨਾ, ਸਭ ਕੁਛ ਸੁਣਦਾ। ਜਿਹੜਾ ਵਾਹਿਗੁਰੂ ਹੈ ਨਾ, ਉਹ ਸਾਰਾ ਕੁਝ ਹੀ ਸੁਣਦਾ ਏ। ਉਹ ਭਾਵੇਂ ਤੂੰ ਅੰਦਰ ਹੀ ਬੋਲ ਰਿਹਾ ਨਾ, ਜ਼ੁਬਾਨ ਨਾਲ ਨਹੀਂ ਵੀ ਬੋਲ ਰਿਹਾ, ਉਹ ਤੇਰੇ ਅੰਦਰ ਦੀ ਗੱਲ ਨੂੰ ਵੀ ਸੁਣਦਾ। ਮੂੰਹ ਦੇ ਰਾਹੀਂ ਕਈ ਤਾਂ ਸੁਣਨੀਓ ਹੀ ਹੈ, ਉਹ ਸਾਰਾ ਕੁਝ ਸੁਣਦਾ ਏ। ਤੇ ਫੇਰ ਕਹਿੰਦੇ ਵੇਖਦਾ ਵੀ ਸਭ ਕੁਝ ਹੀ ਹੈ, ਸਭ ਕੁਛ ਸੁਣਦਾ, ਵੇਖਦਾ ਹੈ। ਪ੍ਰਤੱਖ ਕਰਮ ਵੀ ਵੇਖਦਾ, ਗੁਪਤ ਪਰਦੇ 'ਚ ਹੋ ਕੇ, ਅੰਦਰ ਵੜ ਕੇ, ਭੋਰਾ ਪੁੱਟ ਕੇ ਵੀ ਭਾਵੇਂ ਤੂੰ ਕਿਉਂ ਨਾ ਕੋਈ ਕਰਮ ਕਰੇ। ਕਹਿੰਦੇ ਵੀ ਅੰਦਰ ਕਮਾਣਾ ਸਰ ਭਰ ਉਗੜੈ, ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ। ਧਰਤੀ ਦੇ ਵਿੱਚ ਟੋਆ ਪੁੱਟ ਕੇ ਜੋ ਮਰਜ਼ੀ ਕੋਈ ਕਰ ਲਵੇ, ਸਾਹਿਬ ਕਹਿੰਦੇ ਇੱਕ ਦਿਨ ਜ਼ਰੂਰ ਬਰ ਜ਼ਰੂਰ ਉਹ ਉਗੜ ਜਾਂਦੀ ਹੈ, ਉਹ ਗੱਲ ਦੁਨੀਆ 'ਚ ਪ੍ਰਗਟ ਹੋ ਜਾਂਦੀ ਹੈ। ਇਹ ਡਰ ਰੱਖ ਵੀ ਮਾਲਕ ਸੁਣ ਰਿਹਾ ਏ, ਮੈਂ ਮਾੜਾ ਨਾ ਬੋਲਾਂ, ਮਾਲਕ ਵੇਖ ਰਿਹਾ ਏ, ਮੈਂ ਮਾੜਾ ਨਾ ਕਰਾਂ। ਕਿਉ ਮੁਕਰ ਪਿਆ ਜਾਏ। ਕਿਉਂਕਿ ਫਿਰ ਇੱਕ ਦਿਨ ਐਸਾ ਆਉਣਾ ਜਦੋਂ ਲੇਖਾ ਵੀ ਤਾਂ ਦੇਣਾ ਪੈਣਾ, ਹਿਸਾਬ ਹੋਣਾ ਏ। ਉਦੋਂ ਫਿਰ ਮੁੱਕਰ ਪਿਆ ਜਾਏ। ਮੁੱਕਰਿਆ ਕਿਵੇਂ ਜਾਏਗਾ, ਕਿਵੇਂ ਮੁੱਕਰੇਗਾ? ਮਹਾਰਾਜ ਆ ਮੈਂ ਨਹੀਂ ਕੀਤਾ, ਆ ਮੈਂ ਨਹੀਂ ਕੀਤਾ। ਜਿੱਥੇ ਕੈਮਰੇ ਲੱਗੇ ਹੋਣ, ਉੱਥੇ ਕੋਈ ਗੱਲ ਹੋਵੇ, ਉਹ ਕਹਿ ਦਿੰਦੇ ਨਾ, ਆ ਵੇਖ, ਆ ਤੂੰ ਫਲਾਨੇ ਦੀ ਚੀਜ਼ ਚੁੱਕ ਰਿਹਾ ਸੀ, ਆ ਫਲਾਨੇ ਨਾਲ ਲੜ ਰਿਹਾ ਸੀ। ਅੱਜ ਕੱਲ੍ਹ ਆ ਜਾਂਦੀਆਂ ਨਾ ਵੀਡੀਓ, ਉੱਤੇ ਹੀ ਫਿਰ ਆਧਾਰ ਸਬੂਤ ਬਣਾ ਕੇ ਉਹ ਫਿਰ ਅੱਗੇ ਕੇਸ ਬਣ ਜਾਂਦੇ ਨੇ ਵੀ ਆ ਇਹਨੇ ਉੱਥੇ ਫਲਾਨੇ ਨੂੰ ਕੁੱਟਿਆ, ਇੱਥੇ ਇੱਦਾਂ ਕੀਤਾ, ਇੱਥੇ ਇੱਦਾਂ ਕੀਤਾ। ਇੱਦਾਂ ਇਹ ਤਾਂ ਹੁਣ ਆਏ ਨੇ ਕੈਮਰੇ ਪਰਮੇਸ਼ਰ ਦੇ। ਤਾਂ ਇਹ ਤੋਂ ਵੱਡੀਆਂ ਵੱਡੀਆਂ ਸਕਰੀਨਾਂ ਉਹ ਤਾਂ ਪਹਿਲਾਂ ਧੁਰ ਤੋਂ ਹੀ ਲੱਗੀਆਂ। ਪਹਿਲਾਂ ਤਾਂ ਬੰਦੇ ਨੂੰ ਉਹ ਪੁੱਛਦੇ ਹੀ ਨੇ, ਕਹਿੰਦੇ ਵੀ ਤੂੰ ਆ ਪਾਪ ਕੀਤਾ, ਆ ਤੂੰ ਮਾੜਾ ਵਚਨ ਬੋਲਿਆ। ਕਹਿੰਦਾ ਨਾ ਜੀ ਮੈਂ ਨਹੀਂ ਕੀਤਾ, ਮੁੱਕਰ ਜਾਂਦਾ। ਫਿਰ ਉਹ ਸਾਹਮਣੇ ਲਿਆ ਕੇ ਕਹਿੰਦੇ ਉਹ ਵੇਖ, ਉਹ ਤੂੰ ਫਲਾਨੇ ਦੀ ਚੀਜ਼ ਚੋਰੀ ਕਰ ਰਿਹਾ, ਉਹ ਫਲਾਨੇ ਦੇ ਬਾਰੇ ਮਾੜਾ ਸੋਚ ਰਿਹਾ, ਆਹ ਪਾਪ ਕਰ ਰਿਹਾ। ਫਿਰ ਵੇਖ ਕੇ ਫਿਰ ਧੌਣ ਨੀਵੀਂ ਸਿੱਟ ਲੈਂਦਾ। ਇਹ ਤਾਂ ਸਾਰਾ ਕੁਝ ਹੀ ਪਤਾ ਹੈ ਵੀ ਮੈਂ ਤਾਂ ਸਮਝਿਆ ਮੈਂ ਬੜਾ ਸਿਆਣਾ, ਵੀ ਮੈਂ ਤਾਂ ਕੋਈ ਸਬੂਤ ਹੀ ਨਹੀਂ ਸੀ ਛੱਡਿਆ, ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ। ਪਰ ਮਹਾਰਾਜ ਕਹਿੰਦੇ ਮੁੱਕਰਿਆ ਨਹੀਂ ਜਾਣਾ। ਇਹ ਗੱਲ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਇੱਥੇ ਹੋ ਜਾਂਦਾ ਵੀ ਗਵਾਹ ਮੁੱਕਰ ਜਾਂਦੇ ਆ, ਇੱਥੇ ਹੋ ਜਾਂਦਾ ਵੀ ਬੰਦਾ ਬਿਆਨ ਦੇ ਕੇ ਫਿਰ ਮੁੱਕਰ ਜਾਂਦਾ ਏ। ਉਹਨੂੰ ਕੋਈ ਧੱਕੇ ਨਾਲ ਕਹਿ ਨਹੀਂ ਸਕਦਾ ਵੀ ਤੂੰ ਇਸੇ ਤਰ੍ਹਾਂ ਕਹਿ। ਪੁਲਿਸ ਕੋ ਬਿਆਨ ਦਿੱਤੇ, ਅਦਾਲਤ 'ਚ ਮੁੱਕਰ ਜਾਂਦੇ ਨੇ। ਪਰ ਮਾਲਕ ਦੇ ਦਰ 'ਤੇ ਨਹੀਂ ਜੇ ਮੁੱਕਰਿਆ ਜਾਣਾ। ਉਹ ਵੇਖਦਾ ਸੁਣਦਾ ਸਿੱਧਾ ਆਪ ਹੈ, ਉਹ ਕਿਸੇ ਦੇ ਸਬੂਤਾਂ 'ਤੇ ਥੋੜ੍ਹਾ ਲੈਂਦਾ। ਉਹਦਾ ਮਾਲਕ ਵੇਖ ਰਿਹਾ, ਉਹਨੇ ਤਾਂ ਖੁਦ ਵੇਖਿਆ। ਅਤੇ ਜਿਹਨੇ ਖੁਦ ਵੇਖਿਆ ਹੋਵੇ ਉਹ ਦੱਸੋ ਕਿਵੇਂ ਫਿਰ ਉਹ ਬਖਸ਼ੇਗਾ। ਇਸ ਕਰਕੇ ਮਾੜਾ ਕੰਮ ਕਰਨ ਲੱਗਿਆਂ ਇਹ ਸੋਚ ਹੀ ਲੈਣਾ ਚਾਹੀਦਾ ਵੀ ਮਾਲਕ ਦੇ ਦਰ 'ਤੇ ਸਭ ਲੇਖਾ ਹੋਣਾ ਏ। ਪਾਪ ਕਮਾਵਲੇ। ਕਿਉਂਕਿ ਜਿਹੜੇ ਮਨਮੁਖ ਪੁਰਖ ਨੇ ਪਾਪੋ ਪਾਪ ਕਮਾਉਂਦੇ, ਉਹ ਪਾਪ ਹੀ ਪਾਪ ਕਮਾਉਂਦੇ ਨੇ ਸਾਰੀ ਜ਼ਿੰਦਗੀ। ਪਾਪ ਮਨ ਕਰਕੇ, ਪਾਪ ਬਾਣੀ ਕਰਕੇ, ਪਾਪ ਸਰੀਰ ਕਰਕੇ। ਮਨ 'ਚ ਪਾਪ ਦਾ ਸੋਚਦੇ ਨੇ, ਮੂੰਹੋਂ ਪਾਪ ਦੀਆਂ ਗੱਲਾਂ ਕਰਦੇ ਨੇ, ਸਰੀਰ ਨਾਲ ਪਾਪ ਦੇ ਕਰਮ ਕਰਦੇ ਨੇ। ਪਾਪ ਹੀ ਪਾਪ ਕਮਾਉਂਦੇ ਨੇ ਜਿਹੜੇ ਮਨ ਪਿੱਛੇ ਲੱਗ ਜਾਂਦੇ ਹਨ। ਪਾਪੇ ਪਚਾਏ। ਤੇ ਆਪ ਪਾਪ ਕਰਨੇ ਕਰਕੇ ਪਾਪੀ ਪੁਰਖ ਮਨਮੁਖ ਪਚੇ ਕੀ ਆ, ਸੜਦੇ ਨੇ, ਦੁਖੀ ਹੁੰਦੇ ਨੇ। ਆਪ ਤਾਂ ਵੇਖੋ ਦੁਖੀ ਹੁੰਦੇ ਹੀ ਨੇ, ਤੇ ਫਿਰ ਪਚਾਏ ਜਿਹੜੇ ਉਹਨਾਂ ਦੇ ਕੋਈ ਸੰਗੀ ਹੋ ਜਾਣ, ਉਹਨਾਂ ਦੇ ਨਾਲ ਸਾਂਝ ਰੱਖਣ ਵਾਲੇ ਹੋਣ, ਉਹਨਾਂ ਨੂੰ ਪਚਾਏ ਸਾੜ ਹੀ ਦਿੰਦੇ ਨੇ। ਆਪ ਤਾਂ ਮਰਦੇ ਡੱਫਦੇ ਹੀ ਨੇ, ਨਸ਼ੇ ਕਈ ਤਰ੍ਹਾਂ ਦੇ, ਸ਼ਰਾਬ ਪੀਂਦੇ ਹੀ ਨੇ। ਆ ਕਹਿੰਦੇ ਕੋਈ ਨਹੀਂ, ਥੋੜ੍ਹਾ ਜਿਹਾ ਦਵਾਈ ਹੋਈ ਹੈ, ਦਵਾਈ ਸਮਝ ਕੇ ਪੀ ਲੈ। ਐ ਦਵਾਈ ਕਹਿ ਕੇ ਆਪ ਵੀ ਡੁੱਬੇ ਨੇ ਤੇ ਹੋਰਾਂ ਨੂੰ ਵੀ ਡੁੱਬ ਦਿੰਦੇ ਆ। ਆਪ ਵੀ ਕਈ ਤਰ੍ਹਾਂ ਦੇ ਮਾੜੇ ਕਰਮ ਕਰਦੇ ਆ। ਕਹਿੰਦੇ ਕੁਝ ਨਹੀਂ ਹੁੰਦਾ, ਵੇਖ ਆ ਮੈਂ ਕੀਤਾ ਸੀ, ਆ ਮੈਂ ਥੋੜ੍ਹਾ ਜਿਹਾ ਹੀ ਕੀਤਾ, ਭਾਵੇਂ ਹੇਰਾ ਫੇਰੀ ਕਹਿੰਦਾ ਥੋੜ੍ਹੀ ਜਿਹੀ ਕੀਤੀ ਹੈ, ਆ ਬਣ ਗਿਆ ਨਾ ਸੋਹਣਾ। ਆ ਹੁਣ ਮੁੱਕਦੀ ਨਹੀਂ ਮਾਇਆ, ਵੇਖ ਹੈ ਚਿੱਟੇ ਕੱਪੜੇ ਪਾ ਕੇ ਰੇ ਦਾ ਕੁਝ ਨਹੀਂ ਹੁੰਦਾ, ਤੂੰ ਵੀ ਕਰ ਲੈ। ਉਹ ਬੰਦਾ ਲਾਲਚ ਆ ਜਾਂਦਾ। ਸੰਗਤ ਮਾੜੀ ਹੋਵੇ, ਜਦੋਂ ਸਲਾਹਾਂ ਦੇਣ ਵਾਲੇ ਮਾੜੇ ਹੋਣ ਤਾਂ ਉਦੋਂ ਤਾਂ ਸਾਧ ਸੰਗਤ ਫਿਰ ਜੀਵਨ ਬਚਣਾ ਔਖਾ ਹੈ। ਆਪ ਵੀ ਪਾਪੀ ਪਾਪ ਕਮਾਉਂਦੇ ਨੇ। ਜੇ ਕੋਈ ਉਹਨਾਂ ਦਾ ਸੰਗੀ ਸਾਥੀ ਬਣ ਗਿਆ, ਉਹਨੂੰ ਵੀ ਕਹਿੰਦੇ ਕੋਈ ਨਹੀਂ, ਕਰ ਲੈ, ਖਾ ਲੈ, ਪੀ ਲੈ, ਕੁਝ ਨਹੀਂ ਹੁੰਦਾ, ਮਰ ਨਹੀਂ ਚੱਲਿਆ, ਇੱਥੋਂ ਤੀਕਰ ਵੀ ਕਹਿ ਦਿੰਦੇ ਨੇ। ਮੈਂ ਵੀ ਤਾਂ ਕਰ ਹੀ ਲਿਆ, ਮੈਨੂੰ ਕੀ ਹੋ ਗਿਆ।
ਉਹ ਫਿਰ ਮਾੜੇ ਕੰਮ ਦੇ ਵਿੱਚ, ਮਾੜੀਆਂ ਖੁਰਾਕਾਂ ਦੇ ਵਿੱਚ, ਮਾੜੇ ਪਾਸੇ ਉਹ ਆਪ ਵੀ ਸੜਦੇ ਆ, ਆਪਣੇ ਨੇੜੇ ਆਉਣ ਵਾਲਿਆਂ ਨੂੰ ਵੀ ਸਾੜਦੇ, ਇੱਦਾਂ ਫਿਰ ਦੁਖੀ ਹੁੰਦੇ ਹਨ। ਸੋ ਪ੍ਰਭ ਨਦਰ ਨਾ ਆਵਈ। ਜਿਹੜੇ ਮਨਮੁਖ ਨੇ ਉਹਨਾਂ ਨੂੰ ਉਹ ਵਾਹਿਗੁਰੂ ਨਜ਼ਰ ਹੀ ਨਹੀਂ ਆਉਂਦਾ। ਕਹਿ ਹੀ ਦਿੰਦੇ ਨੇ, ਕਹਿੰਦੇ ਗੁਰੂ ਸਾਹਿਬ ਕਹਿੰਦੇ ਆ, ਸੰਤ ਕਹਿੰਦੇ ਰੱਬ ਹੈ, ਰੱਬ ਹੈ। ਨਾਸਤਕ ਕਹਿੰਦੇ ਕਿੱਥੇ ਆ, ਵਿਖਾਓ, ਸਾਨੂੰ ਤਾਂ ਦਿਖਦਾ ਨਹੀਂ ਹੈ। ਪਾਤਸ਼ਾਹ ਕਹਿੰਦੇ ਦਿਖੇ ਵੀ ਕਿਵੇਂ? ਸੋ ਪ੍ਰਭ ਨਦਰ ਨਾ ਆਵਈ। ਜਿਵੇਂ ਅੱਖਾਂ ਦੇ ਵਿੱਚ ਮੋਤੀਆ ਹੋਵੇ, ਅੱਖਾਂ ਦੇ ਵਿੱਚ ਜਾਲਾ ਹੋਵੇ, ਸਾਫ਼ ਨਹੀਂ ਦਿਖਦਾ, ਐਵੇਂ ਮਨਮੁਖ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਸਤ ਸੰਗਤ ਮੋਤੀਆ ਹੋਇਆ ਹੈ ਦਵੈਤ ਦਾ, ਉਹਨਾਂ ਦੇ ਅੰਦਰ ਦੁਬਦਾ ਦਾ ਜਾਲਾ ਲੱਗਾ ਹੋਇਆ ਹੈ। ਹੁਣ ਕਿਵੇਂ ਪਰਮੇਸ਼ਰ ਦਿਖੇ, ਵਾਹਿਗੁਰੂ ਦੇ ਦਰਸ਼ਨ ਕਿਵੇਂ ਹੋਣ? ਸੋ ਪ੍ਰਭ ਨਦਰ ਨਾ ਆਵਈ। ਮਨਮੁਖਾਂ ਨੂੰ ਹਰ ਥਾਂ ਦੇ ਵਸਦਾ ਪਰਮੇਸ਼ਰ ਨਜ਼ਰ ਹੀ ਨਹੀਂ ਪੈਂਦਾ, ਮਾਲਕ ਦੇ ਦਰਸ਼ਨ ਨਹੀਂ ਕਰਦੇ। ਮਨਮੁਖ ਬੂਝ ਨਾ ਪਾਏ। ਮਨਮੁਖ ਬੂਝ ਨਾ ਪਾਏ। ਜਿਹੜੇ ਮਨਮੁਖ ਨੇ ਉਹ ਬੁੱਝਣਾ ਸਮਝਣਾ ਪਾਉਂਦੇ ਹੀ ਨਹੀਂ ਹੈ। ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਮਾਲਕ ਹਾਜ਼ਰ ਨਾਜ਼ਰ ਹੈ। ਉਹ ਕਹਿੰਦੇ ਕਿੱਥੇ ਹੈ ਹੀ ਨਹੀਂ, ਕਹਿੰਦੇ ਰੱਬ ਹੈ ਹੀ ਨਹੀਂ, ਕੁਝ ਹੁੰਦਾ ਤੇ ਦਿਖਦਾ ਨਾ, ਬਸ ਉਹ ਗੱਲ ਹੀ ਨਿਬੇੜ ਲੈਂਦੇ ਨੇ, ਅਕਲ ਹੀ ਨਹੀਂ, ਉਹਨਾਂ ਨੂੰ ਸਮਝ ਹੀ ਨਹੀਂ ਪਾਉਂਦੇ। ਮਨਮੁਖ ਪਰਮੇਸ਼ਰ ਦੇ ਦਰਸ਼ਨ ਨਹੀਂ ਕਰਦੇ। ਜਿਸ ਵੇਖਾਲੇ ਸੋਈ ਵੇਖੈ। ਮਹਾਰਾਜ ਫਿਰ ਇਹ ਪਰਮੇਸ਼ਰ ਦਿਖਦਾ ਕਿਹਨਾਂ ਨੂੰ ਹੈ? ਸਾਹਿਬ ਕਹਿੰਦੇ ਜਿਸ ਵੇਖਾਲੇ ਸੋਈ ਵੇਖੈ। ਜਿਨ੍ਹਾਂ ਨੂੰ ਕਹਿੰਦੇ ਆਪ ਕਿਰਪਾ ਕਰਕੇ ਵਾਹਿਗੁਰੂ ਵਿਖਾਲ ਦਿੰਦਾ ਹੈ ਆਪਣੇ ਸਰੂਪ ਦੇ ਤਾਈਂ, ਉਹੀ ਪਰਮੇਸ਼ਰ ਦੇ ਸਰੂਪ ਨੂੰ ਸਭ ਘਟਾਂ 'ਚ ਵਸਦਾ ਹੋਇਆ ਵੇਖ ਲੈਂਦੇ। ਉਹ ਜਾਣ ਲੈਂਦੇ ਆ ਵੀ ਮਾਲਕ ਤੋਂ ਬਗੈਰ ਤਾਂ ਕੁਝ ਹੈ ਹੀ ਨਹੀਂ ਸੰਸਾਰ ਅੰਦਰ। ਨਾਨਕ ਗੁਰਮੁਖ ਪਾਏ। ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬਣਨਾ ਪੈਂਦਾ। ਗੁਰਮੁਖ ਹੀ ਵਾਹਿਗੁਰੂ ਦੇ ਦਰਸ਼ਨਾਂ ਨੂੰ ਪਰਮੇਸ਼ਰ ਦੇ ਕੋਲੋਂ ਪਾਉਂਦੇ ਆ, ਜਾਂ ਗੁਰਾਂ ਦੇ ਰਾਹੀਂ ਗੁਰਮੁਖ ਬਣ ਕੇ। ਗੁਰਮੁਖ ਤੋਂ ਭਾਵ ਹੈ ਗੁਰਾਂ ਦੇ ਬਚਨਾਂ ਨੂੰ ਮੰਨਣ ਵਾਲੇ ਬਣ ਕੇ, ਗੁਰੂ ਸਾਹਿਬ ਦੀ ਆਗਿਆ ਨੂੰ ਕਮਾਉਣ ਵਾਲੇ ਬਣ ਕੇ, ਗੁਰੂ ਸਾਹਿਬ ਜੀ ਦੇ ਬਾਣੀ ਅਨੁਸਾਰ ਜੀਵਨ ਚਲਾਉਣ ਵਾਲੇ ਬਣ ਕੇ ਹੀ ਵਾਹਿਗੁਰੂ ਨੂੰ ਵੇਖ ਸਕਦੇ ਆ। ਆ ਮਾਨਿਆਈਆਂ ਕੀਤਿਆਂ ਨਹੀਂ ਪਰਮੇਸ਼ਰ ਦੇ ਦਰਸ਼ਨ ਹੁੰਦੇ। ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਗੁਰਮੁਖਾਂ ਨੂੰ ਜਾਂ ਗੁਰਮੁਖ ਬਣ ਕੇ ਗੁਰਾਂ ਦੀ ਸੰਗਤ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ। ਮਨਮੁਖਾਂ ਨੂੰ ਹੁੰਦਾ ਵੀ ਨਜ਼ਰ ਨਹੀਂ ਆਉਂਦਾ। ਗੁਰਮੁਖ ਉਸ ਪਰਮੇਸ਼ਰ ਨੂੰ ਹਰ ਇੱਕ ਅੰਦਰ ਵੇਖਦੇ ਨੇ। ਇੱਥੋਂ ਤੀਕ ਉਹ ਮਨਮੁਖ ਦੇ ਵਿੱਚ ਵੀ ਰੱਬ ਵਸਦਾ ਵੇਖਦੇ ਨੇ, ਪੱਥਰਾਂ 'ਚ ਵੀ ਵੇਖਦੇ ਹਨ, ਘੜ ਘੜ ਵਿੱਚ ਵੇਖਦੇ ਨੇ, ਜਰਰੇ ਜਰਰੇ ਵਿੱਚ ਫਿਰ ਉਹ ਮਾਲਕ ਨੂੰ ਵੇਖਦੇ ਨੇ। ਇਹ ਧੰਨ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਪਾਵਨ ਉਪਦੇਸ਼, ਪਾਵਨ ਸਿੱਖਿਆ ਬਖਸ਼ਿਸ਼ ਕੀਤੀ ਹੈ। ਮਹਾਨਤਾ ਨਾਮ ਦੀ ਕਹੀ ਹੈ। ਰੱਬ ਦੇ ਭੈ ਵਿੱਚ ਗੁਰ ਸ਼ਬਦ ਦੁਆਰਾ ਹੀ ਆ ਸਕਦੇ ਹੈ, ਤੇ ਪਾਪ ਕਰਨ ਤੋਂ ਬਚਣਾ ਚਾਹੀਦਾ ਹੈ। ਰੱਬ ਦੇ ਅੱਗੇ ਮੁੱਕਰਿਆ ਨਹੀਂ ਜਾਣਾ। ਇਹ ਨੇਕ ਹੀ ਆਚਰਣ ਸਾਡਾ ਮਹਾਰਾਜ ਬਣਾਉਣਾ ਚਾਹੁੰਦੇ। ਉਪਦੇਸ਼ ਵਿੱਚ ਜਿੱਥੇ ਨਿਰੰਕਾਰ ਨਾਲ ਜੁੜਨ ਦੀ ਗੱਲ ਕਹੀ ਹੈ, ਉੱਥੇ ਸਾਡਾ ਜਿਹੜਾ ਸੰਸਾਰਕ ਜੀਵਨ ਹੈ ਉਹ ਵੀ ਚੰਗਾ ਹੋਵੇ। ਤਾਂ ਹੀ ਉਹਦਾ ਮਹਾਰਾਜ ਕਹਿੰਦੇ ਰੱਬ ਸਭ ਕੁਝ ਵੇਖ ਰਿਹਾ ਏ, ਵੀ ਐਵੇਂ ਲੜਾਈਆਂ ਝਗੜੇ ਈਰਖਾ ਦਵੈਸ਼ ਇਹ ਨਾ ਸਾਰੀ ਉਮਰ ਕਰਦੇ ਰਿਹਾ ਕਰੋ। ਇਹ ਸਾਡਾ ਸਮਾਜਿਕ ਵੀ ਸੰਸਾਰਕ ਵੀ ਤੇ ਪਰਮਾਰਥ ਵੀ ਜੀਵਨ ਸੁਧਰ ਜਾਵੇ। ਇਹ ਦੋਵੇਂ ਤਰ੍ਹਾਂ ਦਾ ਉਪਦੇਸ਼ ਗੁਰੂ ਅਮਰਦਾਸ ਸਾਹਿਬ ਨੇ ਬਖਸ਼ਿਆ। ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ ਗੁਰੂ ਸਾਹਿਬ ਸਦਾ ਹੀ ਬਖਸ਼ਣਹਾਰ ਹਨ। ਗੁਰਾਂ ਦੀ ਸੰਗਤ ਵੀ ਬਖਸ਼ਿੰਦਾ, ਬਖਸ਼ ਲੈਣਾ। ਸੋ ਪ੍ਰਭ ਨਦਰ ਨਾ ਆਈ, ਮਨਮੁਖ ਬੂਝ ਨਾ ਪਾਏ। ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।